ਬਿਹਾਗੜਾ ਮਹੱਲਾ ਪੰਜਵਾ। ਛੰਤ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਰ ਕਾ ਏਕ ਅਚੰਭਵ ਦੇਖਿਆ ਮੇਰੇ ਲਾਲ ਜੀਓ। ਜੋ ਕਰੇ ਸੋ ਧਰਮ ਨਿਆਏ ਰਾਮ। ਹਾਰ ਰੰਗ ਅਖਾੜਾ ਪਾਇਓਨ ਮੇਰੇ ਲਾਲ ਜੀਓ। ਆਵਣ ਜਾਣ ਸਬਾਏ ਰਾਮ। ਹਰ ਕਾ ਏਕ ਅਚੰਭਵ ਦੇਖਿਆ ਮੇਰੇ ਲਾਲ ਜੀਓ। ਜੋ ਕਰੇ ਸੋ ਧਰਮ ਨਿਆਏ ਰਾਮ। ਹਰ ਰੰਗ ਅਖਾੜਾ ਪਾਇਓਨ ਮੇਰੇ ਲਾਲ ਜੀਓ। ਆਵਣ ਜਾਣ ਸਬਾਏ ਰਾਮ। ਆਵਣ ਤਾ ਜਾਣਾ ਤਿਨ ਹੈ ਕੀਆ। ਜਿਨ ਮੇਦਨ ਸਿਰਜਿਆ। ਇਕ ਨਾ ਮੇਲ ਸਤਿਗੁਰ ਮਹਿਲ ਬੁਲਾਏ। ਇਕ ਭਰਮ ਭੂਲੇ ਫਿਰਦਿਆ। ਅੰਤ ਤੇਰਾ ਤੂੰ ਹੈ ਜਾਣ ਹੈ। ਤੂੰ ਸਭ ਮਹਿ ਰਹਿਆ ਸਮਾਏ। ਸਚ ਕਹੈ ਨਾਨਕ ਸੁਣੋ ਸੰਤੋ। ਹਰ ਵਰਤੈ ਧਰਮ ਨਿਆਏ। ਆਵੋ ਮਿਲੋ ਸਹੇਲੀ ਹੋ ਮੇਰੇ ਲਾਲ ਜੀਓ। ਹਰ ਹਰ ਨਾਮ ਅਰਾਧੇ ਰਾਮ। ਕਰ ਸੇਵੋ ਪੂਰਾ ਸਤਿਗੁਰੂ ਮੇਰੇ ਲਾਲ ਜੀਓ। ਜਮ ਕਾ ਮਾਰਗ ਸਾਧੇ ਰਾਮ। ਮਾਰਗ ਬਿਖੜਾ ਸਾਧ ਗੁਰਮੁਖ। ਹਰ ਦਰਗਹ ਸੋਭਾ ਪਾਈਐ। ਜਿਨ ਕੋ ਵਿਧਾਤੈ ਧੁਰਹੁ ਲਿਖਿਆ। ਤਿਨਾ ਰੈਣ ਦੇਨ ਲਿਵ ਲਾਈਐ। ਹਉਮੈ ਮਮਤਾ ਮੋਹ ਛੁਟਾ। ਜਾ ਸੰਗ ਮਿਲਿਆ ਸਾਧੇ। ਜਨ ਕਹੈ ਨਾਨਕ ਮੁਕਤ ਹੋਆ। ਹਰ ਹਰ ਨਾਮ ਅਰਾਧੇ। ਕਰ ਜੋੜੇ ਹੋ ਸੰਤ ਇਕੱਤਰ ਹੋਏ ਮੇਰੇ ਲਾਲ ਜੀਓ। ਅਬਿਨਾਸੀ ਪੁਰਖ ਪੂਜਿਆ ਰਾਮ। ਬਹੁ ਬਿਧ ਪੂਜਾ ਖੋਜਿਆ ਮੇਰੇ ਲਾਲ ਜੀਓ। ਇਹੋ ਮਾਨ ਤਨ ਸਭ ਅਰਪਿਆ ਰਾਮ। ਮਾਨ ਤਨ ਧਨ ਸਭ ਪ੍ਰਭੂ ਕੇਰਾ। ਕਿਆ ਕੋ ਪੂਜ ਚੜਾਵੇ। ਜਿਸ ਹੋਏ ਕਿਰਪਾਲ ਦਇਆਲ ਸੁਆਮੀ। ਸੋ ਪ੍ਰਭ ਅੰਕ ਸਮਾਵੇ। ਭਾਗ ਮਸਤਕ ਹੋਏ ਜਿਸ ਕੈ। ਤਿਸ ਗੁਰ ਨਾਲ ਸਨੇਹਾ।
ਜਨ ਕਹੈ ਨਾਨਕ ਮਿਲ ਸਾਧ ਸੰਗਤ, ਹਰ ਹਰ ਨਾਮ ਪੂਜਿਹਾ। ਤਹਿ ਦਿਸ ਖੋਜਤ ਹਮ ਫੇਰੇ ਮੇਰੇ ਲਾਲ ਜੀਓ, ਹਰ ਪਾਇੜਾ ਘਰ ਆਏ ਰਾਮ। ਹਰ ਮੰਦਰ ਹਰ ਜੀਓ ਸਾਜਿਆ ਮੇਰੇ ਲਾਲ ਜੀਓ, ਹਰ ਤਿਸ ਮਹਿ ਰਹਿਆ ਸਮਾਏ ਰਾਮ। ਸਰਬੇ ਸਮਾਣਾ ਆਪ ਸੁਆਮੀ, ਗੁਰਮੁਖ ਪ੍ਰਗਟ ਹੋਇਆ। ਮਿਟਿਆ ਅੰਧੇਰਾ ਦੁਖ ਨਾਠਾ, ਅੰਮਿਓ ਹਰ ਰਸ ਚੋਇਆ। ਜਹਾਂ ਦੇਖਾ ਤਹਾ ਸੁਆਮੀ, ਪਾਰ ਬ੍ਰਹਮ ਸਭ ਠਾਏ। ਜਨ ਕਹੈ ਨਾਨਕ ਸਤਿਗੁਰ ਮਿਲਾਇਆ, ਹਰ ਪਾਇੜਾ ਘਰ ਆਏ। ਜਹਾਂ ਦੇਖਾ ਤਹਾਂ ਸੁਆਮੀ, ਪਾਰ ਬ੍ਰਹਮ ਸਭ ਠਾਏ। ਜਨ ਕਹੈ ਨਾਨਕ ਸਤਿਗੁਰ ਮਿਲਾਇਆ, ਹਰ ਪਾਇੜਾ ਘਰ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ऐसे गुरु गरीब नवाज अंतर्जामी पार ब्रह्म परमेश्वर दीन बंधु बख्शंद दाते, वैराग त्याग अनुराग स्वरूप धन गुरु तेग बहादुर साहिब जी दे पावन पवित्र अस्थान गुरुद्वारा श्री दुख निवारण साहिब दी पावन धरती नूं आप संगतां नतमस्तक होण लई अज पंचमी दे दिहाड़े नूं हाजरियां भर रहे हो। गुरु पातशाह दा बचन है कि जिहड़ा कोई दुखी है, बीमार है, वो रब दा प्यारा शरधा सहित पावन सरोवर विच इशनान करे, और दुख दर्द ठीक होणगे। जिहदे तां शरधा है पूरे तां हो जांदे ने उसे वेले। जिहदी शरधा नहीं ਉਹਦਾ कुछ नहीं बनता। क्यों जी? कई किंतु करदे जी। ये बचन था अज तो 4-5 सदियां पहलों हो गए। वो जल ता पता नहीं कित्थे चला गया। जिथे महाराज जी ने चरण धोते सन, अपने चरण पाए सन जिस जल विच, वो छपड़ी सी, टोबा सी। अजकल तो टोबा भी नहीं रहा, वो छपड़ी भी नहीं रही, सरोवर बन गया है। खालसा जी गुरु का बचन अमृत होंदा है। अखो सतनाम, बचन अमृत है। बचन कदी मिटदा नहीं। जिवें गुरु की बाणी है ना, ये बाणी अज तो 500 साल पहला भी ओही सी, अज भी ओही है ते अगे भी ओही रहेगी। गुरु के बचन, गुरु की बाणी। वो बचन कीता पातशाह ने, भाई कोई शरधा सहित इशनान करेगा
ਉਹਦੇ ਸਾਰੇ ਰੋਗ ਖੰਡੀਏਂਗੇ, ਨਾਸ਼ ਹੋਣਗੇ। ਤੇ ਜਿਨ੍ਹਾਂ ਦੇ ਅੰਦਰ, ਸਾਡੇ ਅੰਦਰ ਹਉਮੈ ਦਾ ਰੋਗ ਹੈ, ਵੱਡਾ ਰੋਗ ਹੈ, ਅਰਦਾਸ ਕਰੀਏ ਰੱਬ ਜੀ ਸਾਡਾ ਇਹ ਰੋਗ ਠੀਕ ਕਰ ਦਿਓ ਮਹਾਰਾਜ। ਜੇ ਹਉਮੈ ਖਤਮ ਤਾਂ ਸਭ ਰੋਗ ਖਤਮ। ਖਾਲਸੇ ਹਉਮੈ ਦੀਰਘ ਰੋਗ ਹੈ, ਦਾਰੂ ਪੀ ਸਮਾਹੇ। ਐ ਪਾਤਸ਼ਾਹ ਇਹ ਰੋਗ ਠੀਕ ਕਰ ਦਿਓ। ਇਹ ਰੋਗ ਕਿਵੇਂ ਠੀਕ ਹੋਵੇਗਾ ਖਾਲਸਾ ਜੀ? ਜਿਤਨੇ ਰੋਗ ਬੰਦੇ ਨੂੰ ਚਿਮੜੇ ਹੋਏ, ਉਹ ਕਿਉਂ ਚਿਮੜੇ ਹੋਏ? 12ਵਾਂ ਬਾਣੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰਦੇ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਿਤਨੇ ਰੋਗ ਹਨ ਰੱਬ ਤੋਂ ਦੂਰ ਹੋ ਕੇ, ਰੱਬ ਨੂੰ ਭੁਲਾ ਕੇ ਆਉਂਦੇ ਹਨ। ਜਿਹੜਾ ਕੋਈ ਰੱਬ ਨੂੰ ਯਾਦ ਕਰੇ ਉਹਨੂੰ ਕੋਈ ਰੋਗ ਨਹੀਂ ਆਉਂਦਾ ਖਾਲਸਾ ਜੀ। ਮਹਾਂਪੁਰਖਾਂ ਨੂੰ, ਸੰਤਾਂ ਨੂੰ ਬਹੁਤੇ ਰੋਗ ਨਹੀਂ ਆਉਂਦੇ। ਕੋਈ ਪ੍ਰਾਰਬਧ ਕਰਕੇ ਥੋੜਾ ਬਹੁਤਾ ਰੋਗ ਆ ਵੀ ਜਾਵੇ ਨਾ, ਉਹ ਆਪੇ ਲੰਘ ਜਾਂਦਾ ਹੈ। ਤੇ ਸਾਡੇ ਤੁਹਾਡੇ ਦੁਨਿਆਵੀ ਬੰਦਿਆਂ ਨੂੰ ਰੋਗ ਹੀ ਚਿਮੜੇ ਹੋਏ, ਰੋਗਾਂ ਨੇ ਗਰਸਿਆ ਹੋਇਆ ਹੈ। ਉਹ ਤਾਂ ਹੀ ਹੈ ਵੀ ਅਸੀਂ ਸਿਮਰਨ ਭਜਨ ਨਹੀਂ ਕਰਦੇ। ਸਿਮਰਨ ਭਜਨ ਕਰਿਆ ਕਰੀਏ ਗੁਰੂ ਦੀ ਕਿਰਪਾ ਸਦਕਾ, ਸਾਡੇ ਸਭ ਦੇ ਰੋਗ ਪਾਤਸ਼ਾਹ ਠੀਕ ਕਰਨਗੇ। ਜਿਹੜੇ ਦਿਹਾੜੇ ਚੱਲ ਰਹੇ ਹਨ 1 ਜੂਨ ਤੋਂ ਲੈ ਕੇ 6 ਜੂਨ ਤੱਕ, ਇਹ ਤੀਜੇ ਘੱਲੂਘਾਰੇ ਦੇ ਦਿਹਾੜੇ ਹਨ। ਸੰਨ 1984 ਜਦੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਭਾਈ ਅਮਰੀਕ ਸਿੰਘ, ਭਾਈ ਠਾਰਾ ਸਿੰਘ, ਜਨਰਲ ਸੁਬੇਗ ਸਿੰਘ ਵਰਗੇ ਮਹਾਨ ਯੋਧੇ, ਹੋਰ ਗੁਰੂ ਕੇ ਸਿੱਖਾਂ ਨੇ, ਜਿਨ੍ਹਾਂ ਨੇ ਆਪਣੇ ਹੱਕਾਂ ਲਈ ਸ਼ਹੀਦੀਆਂ ਦਿੱਤੀਆਂ, ਕੁਰਬਾਨੀਆਂ ਕੀਤੀਆਂ, ਇਹ ਉਹਨਾਂ ਦੇ ਦਿਹਾੜੇ ਹਨ। ਉਹਨਾਂ ਸਾਹਮਣੇ ਇੱਕੋ ਨਿਸ਼ਚਾ ਸੀ, ਦੇਹ ਸ਼ਿਵਾ ਬਰ ਮੋਹਿ ਹੈ, ਸ਼ੁਭ ਕਰਮਨ ਤਬਹੁ ਨਾ ਡਰੋ, ਨਾ ਡਰੋ ਅਰਸਿਓਂ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਫਤਿਹ ਹੁੰਦੀ ਨਿਸ਼ਚੇ ਕਰਕੇ ਖਾਲਸਾ ਜੀ। ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾੜੈ ਖੇਤ। ਇਹ ਉਹਨਾਂ ਯੋਧਿਆਂ ਨੇ ਖਾਲਸਾ ਜੀ ਕੁਰਬਾਨੀਆਂ ਪਾਈਆਂ। ਮੌਕੇ ਦੀ ਸਰਕਾਰ, ਕੇਂਦਰ ਦੀ ਸਰਕਾਰ ਨੇ ਆਪਣੇ ਵੱਲੋਂ ਬਹੁਤ ਹਮਲੇ ਕੀਤੇ ਤੇ ਸਾਡੇ ਲੱਖਾਂ ਰੱਬ ਦੇ ਪਿਆਰੇ ਸ਼ਹੀਦ ਹੋ ਗਏ ਖਾਲਸਾ ਜੀ। ਬਹੁਤ ਪਾਵਨ ਖਜ਼ਾਨਾ, ਪਾਤਸ਼ਾਹ ਦੇ ਪਾਵਨ ਸਰੂਪ ਸ੍ਰੀ ਅਕਾਲ ਤਖਤ ਸਾਹਿਬ, ਹਰਮੰਦਰ ਸਾਹਿਬ, ਹੋਰ ਪਾਵਨ ਅਸਥਾਨਾਂ ਤੇ ਬੇਦਬੀਆਂ ਹੋਈਆਂ, ਸ਼ਹੀਦੀਆਂ ਹੋਈਆਂ। ਉਹਨਾਂ ਦਿਹਾੜਿਆਂ ਨੂੰ ਯਾਦ ਕਰੀਏ ਤੇ ਰੱਬ ਨੂੰ ਯਾਦ ਕਰਦਿਆਂ ਰੱਬ ਦਾ ਭਜਨ ਕਰੀਏ। ਭਾਈ ਰੱਬ ਜੀ ਕਿਰਪਾ ਰੱਖਣਾ, ਸੁਖ ਸ਼ਾਂਤੀ ਵਰਤਾਣਾ, ਬਸ ਇਹੀ ਰੱਖੋ ਅਰਦਾਸ ਕਿ ਸਮਾਜ ਵਿੱਚ ਭਲਾ ਬਣਿਆ ਰਵੇ, ਦੁਨੀਆ 'ਚ ਆਪਸੀ ਵਿਤਕਰਾ ਦੂਰ ਹੋ ਜਾਵੇ। ਜਿਹੜੇ ਝਗੜੇ ਪਏ ਹੋਏ ਹਿੰਦੂ, ਮੁਸਲਮਾਨ, ਸਿੱਖ, ਈਸਾਈ ਦੇ, ਉਹ ਤੁਹਾਡੀ ਬਾਣੀ ਸਦਕਾ ਮਹਾਰਾਜ ਝਗੜੇ ਦੂਰ ਹੋ ਜਾਣ। ਬਸ ਇਹੀ ਹੈ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਰੱਬ ਦਾ ਇੱਕ, ਦੁਨੀਆ ਦਾ ਇੱਕ ਐਸਾ ਨਜ਼ਾਰਾ ਹੈ ਜਿਹਨੂੰ ਅੱਜ ਗੁਰੂ ਪਾਤਸ਼ਾਹ ਨੇ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਆਓ ਦੁਨੀਆ ਤਮਾਸ਼ਾ ਕਿਵੇਂ ਹੈ, ਇੱਥੇ ਇੱਕ ਆ ਰਿਹਾ ਹੈ, ਇੱਕ ਜਾ ਰਿਹਾ ਹੈ। ਜਿਹੜੇ ਆਉਣ ਜਾਣੇ ਵਾਲੇ ਹਨ ਉਹ ਮਨਮੁਖ, ਜਿਹੜੇ ਸ਼ਬਦ ਦਾ ਜਾਪ ਕਰਕੇ ਗੁਰੂ ਅੰਦਰ ਸਮਾ ਜਾਂਦੇ, ਪਰਮਾਤਮਾ ਅੰਦਰ ਭੇਦ ਹੋ ਜਾਂਦੇ ਹਨ, ਉਹ ਗੁਰਮੁਖ ਹਨ। ਆਓ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਅੱਜ ਦੇ ਪਾਵਨ ਮੁਖ ਵਾਕ ਰਾਹੀਂ ਸਾਨੂੰ ਕੀ ਉਪਦੇਸ਼ ਦੇ ਰਹੇ ਹਨ, ਆਪਣੀ ਚਿੱਤ ਬਿਰਤੀਆਂ ਇਕਾਗਰ ਕਰੀਏ ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ। ਸਤਿਨਾਮ
ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਪੰਜਵਾ। ਛੰਤ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ। ਬਿਹਾਗੜਾ ਰਾਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਇਹ ਪਾਵਨ ਛੰਤ ਪਹਿਲੇ ਸੁਰ ਤਾਲ ਵਿੱਚ ਗਾਉਣ ਦਾ ਹੁਕਮ ਕਰਦੇ ਹਨ। ਤਾਕੀਦ ਕਰਦੇ ਵੀ ਗੁਰਸਿੱਖੋ, ਬਿਹਾਗੜਾ ਰਾਗ ਦਾ ਜਿਹੜਾ ਪਹਿਲਾ ਸੁਰ ਤਾਲ ਹੈ ਉਸ ਵਿੱਚ ਇਸ ਸ਼ਬਦ ਨੂੰ ਗਾਇਨ ਕਰਨਾ ਹੈ। ਇੱਕ ਅਦੁੱਤੀ ਪਰਮਾਤਮਾ ਜਿਹਦੇ ਵਰਗਾ ਹੋਰ ਕੋਈ ਵੀ ਨਹੀਂ ਹੈ। ਓੰਕਾਰ ਉਹ ਇੱਕ ਹੀ ਸਾਰੀ ਥਾਵਾਂ ਤੇ ਵਿਆਪਕ ਹੈ, ਸਰਗੁਣ ਪਸਾਰਾ ਇੱਕ ਦਾ ਹੈ। ਸਤਿਗੁਰ ਪ੍ਰਸਾਦ। ਇੱਕ ਦੀ ਪ੍ਰਾਪਤੀ ਕਿਵੇਂ ਹੋਵੇਗੀ? ਸੱਚੇ ਗੁਰੂ ਦੀ ਕਿਰਪਾ ਸਦਕਾ। ਸੱਚਾ ਗੁਰੂ ਵੀ ਸਤ ਚੇਤਨ ਆਨੰਦ ਸਰੂਪ ਹੈ, ਤੇ ਜਦੋਂ ਸੱਚੇ ਗੁਰੂ ਕਿਰਪਾ ਕਰਦੇ ਹਨ ਤਾਂ ਇੱਕ ਨਾਲ ਮਿਲਾਪ ਹੁੰਦਾ ਹੈ। ਹਰ ਕਾ ਏਕ ਅਚੰਭੋ ਦੇਖਿਆ ਮੇਰੇ ਲਾਲ ਜੀਓ, ਜੋ ਕਰੇ ਸੋ ਧਰਮ ਨੇ ਆਏ ਰਾਮ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ। ਜੇਠ ਸੁਦੀ ਚੌਥ ਕੱਲ ਦਾ ਦਿਹਾੜਾ ਜਿਹੜਾ ਬਤੀਤ ਹੋਇਆ ਹੈ, ਇਹ ਉਹ ਅਚੰਭਾ ਗੁਰੂ ਪਾਤਸ਼ਾਹ ਨੇ ਸਾਡੇ ਸਾਹਮਣੇ ਰੱਖਿਆ। ਇਸ ਤੋਂ ਵੱਡਾ ਅਚੰਭਾ ਹੋਰ ਕੋਈ ਨਹੀਂ ਹੋ ਸਕਦਾ। ਦੇਖਿਆ ਉਹਨਾਂ ਨੇ, ਹਰ ਕਾ ਏਕ ਅਚੰਭੋ ਦੇਖਿਆ ਮੇਰੇ ਲਾਲ ਜੀਓ। ਐ ਮੇਰੇ ਪਿਆਰੇ, ਐ ਮੇਰੇ ਵਾਹਿਗੁਰੂ, ਤੁਹਾਡਾ ਇੱਕ ਮੈਂ ਅਚੰਭਾ ਕੌਤਕ ਵੇਖਿਆ ਹੈ। ਅਚੰਭਾ ਕਹਿੰਦੇ ਜਿਹੜਾ ਹੈਰਾਨ ਕਰ ਦਵੇ। ਦੁਨੀਆ ਵਿੱਚ ਤੱਤੀ ਤਵੀ ਇਹ ਹੈਰਾਨ ਕਰ ਦਿੰਦੀ ਖਾਲਸਾ ਜੀ। ਅਜੇ ਤੱਕ ਕੋਈ ਵੀ ਅਵਤਾਰ ਪੈਗੰਬਰ ਤੱਤੀ ਤਵੀ ਤੇ ਨਹੀਂ ਬੈਠਿਆ ਹੋਣਾ। ਪੂਰਾ ਇਤਿਹਾਸ ਵਾਚ ਲਓ, ਸਦੀਆਂ ਦਾ, ਅੱਜ ਦਾ ਨਹੀਂ, ਹਜ਼ਾਰਾਂ ਸਾਲਾਂ ਦਾ ਵਾਚ ਲਓ। ਹੈ ਨਾ ਅਚੰਭਾ? ਤੇ ਗੁਰੂ ਪਾਤਸ਼ਾਹ ਉਸ ਅਚੰਭੇ ਨੂੰ ਮਿੱਠਾ ਕਰਕੇ ਮੰਨਦੇ। ਮਹਾਰਾਜ ਤੁਸੀਂ ਕੀ ਕਰਦੇ ਹੋ? ਭਲਾ ਕਰਦੇ ਹੋ ਮਹਾਰਾਜ। ਤਾਂ ਹੀ ਪਾਤਸ਼ਾਹ ਨੇ ਉਚਾਰਨ ਕੀਤਾ, ਤੇਰਾ ਕੀਆ ਮੀਠਾ ਲਾਗੈ, ਤੇਰਾ ਕੀਆ ਮੀਠਾ ਲਾਗੈ, ਤੇਰਾ ਕੀਆ ਮੀਠਾ ਲਾਗੈ, ਤੇਰਾ ਕੀਆ ਮੀਠਾ ਲਾਗੈ। ਇਹ ਅਚੰਭਾ ਕੋਤਕ ਉਹਨੂੰ ਕਬੂਲਿਆ ਮਹਾਰਾਜ ਜੀ ਨੇ। ਕੀ ਅਚੰਭਾ ਕੋਤਕ ਸੀ? ਯਾਸਾ ਦੇ ਅਧੀਨ, ਯਾਸਾ ਸ਼ਬਦ ਇਹ ਬਣਿਆ 12ਵੀਂ ਸਦੀ ਵਿੱਚ, 12ਵੀਂ 13ਵੀਂ ਸਦੀ ਦੇ ਦੌਰਾਨ। ਚੰਗੇਜ਼ ਖਾਂ ਮੰਗੋਲਾਂ ਦੇ ਇਲਾਕੇ ਦਾ ਇੱਕ ਪਹਿਲਾਂ ਆਮ ਬੰਦਾ ਸੀ। ਚੰਗੇਜ਼ ਖਾਂ ਦਾ ਨਾਂ ਸੀ। 1162 ਵਿੱਚ ਇਹ ਜੇ ਬੱਚਾ ਸੀ, ਛੋਟਾ ਜਿਹਾ ਸੀ। ਸਮੇਂ ਅਨੁਸਾਰ ਇਹਨੇ ਸਾਰੇ ਪਾਸੇ ਆਪਣਾ ਰਾਜ ਕਰਨਾ ਸ਼ੁਰੂ ਕਰਤਾ। ਮੰਗੋਲਾਂ ਦੇ ਇਲਾਕੇ ਦਾ ਇਹ ਮੁਖੀ ਬਣ ਗਿਆ। ਤੇ ਇਹਨੇ 1226 ਦੇ ਨੇੜੇ ਇੱਕ ਬਣਾਈ ਸੀ ਨਿਯਮਾਵਲੀ, ਜਿਹਨੂੰ ਕਹਿੰਦੇ ਨਿਯਮ ਕੀ ਰੱਖੇ ਸਨ। ਤੇ ਉੱਥੇ ਇੱਕ ਨਿਯਮ ਰੱਖਿਆ ਇਹਨੇ, ਕਿਸੇ ਵੱਡੇ ਪੁਰਖ ਨੂੰ ਮਾਰਨਾ ਹੋਵੇ, ਕਿਸੇ ਸੰਤ ਮਹਾਤਮਾ ਨੂੰ, ਪੀਰ ਪੈਗੰਬਰ ਔਲੀਏ ਨੂੰ ਖਤਮ ਕਰਨਾ ਹੋਵੇ, ਉਹਨੂੰ ਯਾਸਾ ਦੇ ਅਧੀਨ ਮਾਰੋ। ਯਾਸਾ ਕੀ ਸਜ਼ਾ ਸੀ? ਕਿਸੇ ਦਾ ਖੂਨ ਨਾ ਡੁੱਲੇ। ਤੁਸੀਂ ਸੁਣਿਆ ਹੋਣਾ, ਇੱਕ ਯੋਧਾ ਹੋਇਆ ਰਕਤ ਬੀਜ, ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਉਹਦੀ ਵਾਰਤਾ ਹੁੰਦੀ ਹੈ।
ਰਕਤ ਖੂਨ ਬੀਜ ਉਹਦੀ ਬੂੰਦ, ਜਦੋਂ ਖੂਨ ਦੀ ਬੂੰਦ ਥੱਲੇ ਡੁੱਲਦੀ ਸੀ ਧਰਤੀ ਤੇ ਇੱਕ ਬੂੰਦ ਨਾਲ ਇੱਕ ਯੋਧਾ ਪੈਦਾ ਹੋ ਜਾਂਦਾ ਸੀ। ਇਤਨੇ ਰਕਤ ਬੀਜ ਪੈਦਾ ਹੋਣ ਲੱਗੇ, ਫਿਰ ਚੰਡੀ ਨੇ ਉਹਦੇ ਖੱਪਰ ਭਰ ਕੇ ਪੀਤੇ, ਥੱਲੇ ਖੂਨ ਡੁੱਲਿਆ ਹੀ ਨਾ ਖਾਲਸਾ ਜੀ। ਤੇ ਖਾਲਸੇ ਪੰਥ ਵਿੱਚ ਇੱਕ ਨਾਰਾ ਹੈ, ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ। ਤੇ ਖੂਨ ਨਾ ਡੁੱਲੇ ਕਿਸੇ ਯੋਧੇ ਦਾ, ਉਹ ਨਿਯਮਾਵਲੀ ਵਿੱਚ ਇੱਕ ਨਿਯਮ ਰੱਖਿਆ ਗਿਆ ਵੀ ਯਾਸਾ ਦੇ ਅਧੀਨ ਮਾਰੋ ਉਹਨਾਂ ਨੂੰ। ਤੇ ਚੰਗੇਜ਼ ਖਾਂ ਦੀ 12ਵੀਂ ਥਾਂ ਤੇ ਉਹਦੀ ਖਾਲਸਾ 'ਚ ਬਾਬਰ ਹੋਇਆ ਸੀ। ਅੱਖੋ ਸਤਨਾਮ। ਉਹ ਚੰਗੇਜ਼ ਖਾਂ ਦੀ ਉਹਦੀ ਅੰਸ਼-ਬੰਸ਼ ਸੀ 12ਵੀਂ ਥਾਂ ਤੇ ਉਹਦੀ ਫਿਰ ਚੌਥੀ ਥਾਂ ਤੇ ਹੋਇਆ ਜਹਾਂਗੀਰ। ਜਹਾਂਗੀਰ ਨੇ ਆਪਣੇ ਤੁਝਕੇ ਜਹਾਂਗੀਰੀ ਵਿੱਚ ਇਸ ਤਰ੍ਹਾਂ ਲਿਖਿਆ ਹੈ, ਜੋ ਆਪ ਲਿਖਦਾ ਫਾਰਸੀ ਵਿੱਚ, ਕਿ ਗੋਇੰਦਵਾਲ ਬਿਆਸ ਦਰਿਆਏ, ਉਹਦੀ ਫਾਰਸੀ ਵਿੱਚ ਇਸ ਤਰ੍ਹਾਂ ਲਿਖਿਆ ਗਿਆ ਹੈ, ਗੋਇੰਦਵਾਲ ਬਿਆਸ ਦਰਿਆ ਦੇ ਕਿਨਾਰੇ ਉੱਤੇ ਇੱਕ ਅਰਜਨਮਲ ਨਾਮ ਦਾ ਹਿੰਦੂ, ਜਿਸ ਨੇ ਪਿਛਲੀ 4-5 ਪੀੜ੍ਹੀਆਂ ਤੋਂ ਆਪਣੀ ਝੂੜ ਦੀ ਦੁਕਾਨ ਚਲਾਈ ਹੋਈ ਹੈ, ਉਹਦੀ ਝੂੜ ਦੀ ਦੁਕਾਨ ਤੇ ਭੋਲੇ ਭਾਲੇ ਹਿੰਦੂ ਉਹਦੇ ਆ ਕੇ ਸ਼ਾਗਿਰਦ ਚੇਲੇ ਬਣ ਗਏ। ਕੁਝ ਨਾ ਸਮਝ ਮੁਸਲਮਾਨ ਵੀ ਉਹਦੇ ਸ਼ਾਗਿਰਦ ਬਣ ਗਏ ਹਨ। ਮੇਰੇ ਮਨ 'ਚ ਕਈ ਵਾਰੀ ਆਇਆ ਉਹਦੀ ਝੂੜ ਦੀ ਦੁਕਾਨ ਬੰਦ ਕਰਕੇ ਤੇ ਉਹਨੂੰ ਯਾਸਾ ਦੇ ਅਧੀਨ ਖਤਮ ਕਰ ਦੇਵਾਂ। ਇਹ ਸ਼ਬਦ ਉਹਨੇ ਵਰਤਿਆ ਤੁਝਕੇ ਜਹਾਂਗੀਰੀ ਵਿੱਚ। ਉਹ ਯਾਸਾ ਅਧੀਨ ਉਹ ਸੀ, ਤੱਤੀ ਤਵੀ, ਖੂਨ ਨਾ ਡੁੱਲੇਗਾ। ਗਰਮ ਗਰਮ ਰੇਤਾ ਸੀਸ ਤੇ ਉੱਤੋਂ ਪਾਉਣਾ, ਖੂਨ ਅੰਦਰ ਹੀ ਸੁੱਕ ਜਾਏਗਾ। ਉਹ ਬਲਦੀ ਦੇਗਾ ਤੇ 5ਵੀਂ ਸਜ਼ਾ ਸੀ ਖਾਲਸਾ, ਚੌਥੀ ਸਜ਼ਾ ਸੀ ਕਿ ਕਿਸੇ ਗਾਂ ਮੱਝ ਦੀ ਕਹਿ ਲੋ ਖਲ ਲੈ ਕੇ ਵਿੱਚ ਉਹਨੂੰ ਮੜ ਦੇਣਾ ਬੰਦੇ ਨੂੰ। ਇਹ 5ਵੀਂ ਸਜ਼ਾ ਅੱਜ ਮਿਲਦੀ ਹੈ ਫਾਂਸੀ ਦੀ। ਇਹ ਸਜ਼ਾ ਸੀ ਯਾਸਾ ਦੇ ਅਧੀਨ। ਕਿਸੇ ਦਾ ਖੂਨ ਨਾ ਡੁੱਲੇ ਤੇ ਗੁਰੂ ਪਾਤਸ਼ਾਹ ਨੇ ਇਸ ਤਰ੍ਹਾਂ ਸ਼ਹੀਦ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ, ਪੂਰੇ ਤਸੀਹੇ ਦਿੱਤੇ। ਪਰ ਪਾਤਸ਼ਾਹ ਦਾ ਜਿਹੜਾ ਖੂਨ ਹੈ ਉਹ ਦੁਨਿਆਵੀ ਖੂਨ ਨਹੀਂ, ਇਹ ਖੂਨ ਤਾਂ ਬਾਣੀ ਰੂਪੀ ਖੂਨ ਗੁਰਸਿੱਖਾਂ ਦੇ ਹਿਰਦੇ ਵਿੱਚ ਸਮਾਇਆ ਹੋਇਆ ਹੈ। ਖਾਲਸਾ ਜੀ, ਜਦੋਂ ਗੁਰਸਿੱਖਾਂ ਨੇ ਸ਼ਹੀਦੀ ਬਾਰੇ ਸੁਣਿਆ ਤੇ ਉਹਨਾਂ ਦੇ ਅੰਦਰ ਖਾਲਸਾ ਆਪੇ ਖੂਨ ਖੋਲਣ ਲੱਗਾ। ਖਾਲਸਾ ਤਾਂ ਮੀਰੀ ਪੀਰੀ ਭਗਤੀ ਸ਼ਕਤੀ ਇਹ ਪ੍ਰਫੁੱਲਿਤ ਹੋਈ। ਖਾਲਸਾ ਜੀ, ਇਹ ਹੈ ਅਚੰਭਾ ਕੌਤਕ। ਐ ਰੱਬ ਜੀ, ਹਰ ਕਾ ਏਕ ਅਚੰਭੋ ਦੇਖਿਆ ਮੇਰੇ ਲਾਲ ਜੀਓ। ਮੇਰੇ ਪ੍ਰਮਾਤਮਾ, ਮੇਰੇ ਰਾਮ ਜੀ, ਮੇਰੇ ਪਿਆਰੇ ਜੀ, ਤੁਹਾਡਾ ਇੱਕ ਮੈਂ ਅਚੰਭਾ ਕੌਤਕ ਦੇਖਿਆ ਹੈ। ਤੁਸੀਂ ਜੋ ਕੁਝ ਕਰਦੇ ਹੋ ਨਾ, ਧਰਮ ਅਨੁਸਾਰ ਕਰਦੇ ਹੋ। ਤੁਹਾਡਾ ਨਿਆਂ ਧਰਮ ਅਨੁਸਾਰ ਹੈ, ਧਰਮ ਤੋਂ ਬਾਹਰ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਧਰਮ ਕੋਈ ਹਿੰਦੂ ਮੁਸਲਮਾਨ ਨਹੀਂ। ਧਰਮ ਦਾ ਅਰਥ ਹੈ ਰੱਬ ਦਾ ਹੁਕਮ। ਜੋ ਰੱਬ ਨੇ ਆਪਣੇ ਹੁਕਮ ਅਨੁਸਾਰ ਵਰਤਾਉਣਾ ਹੈ, ਸੱਜੇ ਤਰੀਕੇ ਨਾਲ ਉਹੀ ਵਰਤ ਰਿਹਾ ਹੈ। ਬਾਦਸ਼ਾਹ ਮਹਾਰਾਜ, ਤੁਹਾਡੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ। ਤਤੀ ਤਵੀ ਤੁਹਾਡਾ ਹੁਕਮ, ਗਰਮ ਗਰਮ ਰੇਤਾ ਸੀਸ ਤੇ ਪਾਉਣਾ ਤੁਹਾਡਾ ਹੁਕਮ ਹੈ ਮਹਾਰਾਜ। ਤਾਂ ਹੀ ਪਾਤਸ਼ਾਹ ਜ਼ਿਕਰ ਕਰਦੇ, ਰੱਬ ਜੀ ਤੇਰਾ ਕੀਆ ਮੀਠਾ ਲਾਗਾ। ਤੁਸੀਂ ਜੋ ਕਰਦੇ ਹੋ ਸਾਡੇ ਲਈ ਭਲਾ ਹੈ ਮਹਾਰਾਜ। ਇਹ ਅਚੰਭਾ ਕੌਤਕ ਸਤਿਗੁਰੂ ਮਹਾਰਾਜ ਜੀ ਨੇ ਪ੍ਰਤੱਖ ਵੇਖਿਆ। ਹਰ ਰੰਗ ਅਖਾੜਾ ਪਾਇਓਨ ਮੇਰੇ ਲਾਲ ਜੀਓ। ਆਵਣ ਜਾਣ ਸਭਾਏ ਰਾਮ। ਇਹ ਦੁਨੀਆ ਵਿੱਚ ਅਚੰਭਾ ਕੌਤਕ ਕੀ ਹੈ ਜੀ? ਰੱਬ ਦਾ ਹੁਕਮ। ਹੁਕਮ ਅਨੁਸਾਰ ਇੱਕ ਆ ਰਿਹਾ ਹੈ, ਇੱਕ ਜਾ ਰਿਹਾ ਹੈ, ਇੱਕ ਜੰਮਦਾ ਹੈ, ਇੱਕ ਮਰਦਾ ਹੈ।
ਆਵਣ ਜਾਣਾ ਪਰਮਾਤਮਾ ਨੇ ਬਣਾਇਆ ਹੋਇਆ, ਕੋਈ ਦੂਜਾ ਤੇ ਨਹੀਂ ਬਣਾ ਸਕਦਾ। ਇਸ ਕਰਕੇ ਮੇਰੇ ਵਾਹਿਗੁਰੂ ਜੀ ਇਹ ਤੁਸੀਂ ਬਣਾਇਆ ਹੋਇਆ ਹੈ। ਆਵਣ ਜਾਣਾ ਤਿਨਹਿ ਕੀਆ, ਤੁਸੀਂ ਆਪ ਕੀਤਾ ਹੋਇਆ ਹੈ। ਮਹਾਰਾਜ ਇਸ ਅਖਾੜੇ ਵਿੱਚ ਇੱਕ ਬੰਦਾ ਆ ਰਿਹਾ ਹੈ, ਇੱਕ ਜਾ ਰਿਹਾ ਹੈ, ਇਹ ਤੁਹਾਡਾ ਨਿਯਮ ਹੈ। ਆਵਣ ਤਾ ਜਾਣਾ ਤਿਨਹਿ ਕੀਆ, ਜਿਨ ਮੇਦਨ ਸਿਰਜੀਆ। ਇਹ ਤੁਹਾਡਾ ਦੁਨੀਆ ਦਾ ਇੱਕ ਅਖਾੜਾ ਹੈ। ਅਖਾੜਾ ਕੀ ਹੁੰਦਾ ਹੈ? ਅਖਾੜੇ ਵਿੱਚ ਦੋ ਮੱਲ ਆਉਂਦੇ ਹਨ, ਭਿੜ ਕੇ ਚਲੇ ਜਾਂਦੇ ਨੇ, ਇੱਕ ਜਿੱਤਦਾ ਹੈ ਇੱਕ ਹਾਰਦਾ ਹੈ, ਇਹੀ ਹੁੰਦਾ ਹੈ। ਗੁਰਦੁਆਰਾ ਮੱਲ ਖਾੜਾ ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਰਾਉਂਦੇ ਸਨ ਅਖਾੜੇ, ਜਿੱਥੇ ਖਾਲਸਾ ਜੀਓ ਅੱਜ ਕੱਲ ਅਕਾਲੀ ਫੂਲਾ ਸਿੰਘ ਦਾ ਬੁਰਜ ਹੈ, ਉੱਥੇ ਦੋ ਥਾਵਾਂ ਤੇ ਅਖਾੜੇ ਹੁੰਦੇ ਸਨ ਖਾਲਸੇ ਪੰਥ ਵਿੱਚ। ਤੇ ਅਖਾੜੇ ਵਿੱਚ ਮੱਲ ਆਉਂਦੇ, ਯੋਧੇ ਆਉਂਦੇ ਭਿੜ ਕੇ, ਇੱਕ ਦੀ ਜਿੱਤ ਇੱਕ ਦੀ ਹਾਰ ਹੁੰਦੀ ਸੀ। ਇਹ ਦੁਨੀਆ ਰੱਬ ਦਾ ਅਖਾੜਾ ਹੈ, ਹਰ ਰੰਗ ਅਖਾੜਾ ਪਾਇਓਨ। ਮੇਰੇ ਲਾਲ ਜੀਓ ਆਵਣ ਜਾਣ ਸਬਾਏ ਰਾਮ। ਸਾਰੀ ਦੁਨੀਆ ਇੱਕ ਆ ਰਹੀ ਹੈ, ਇੱਕ ਜਾ ਰਹੀ ਹੈ। ਆਵਣ ਤਾ ਜਾਣਾ ਤਿਨਹਿ ਕੀਆ, ਜਿਨ ਮੇਦਨ ਸਿਰਜੀਆ। ਆਉਣਾ ਜਾਣਾ, ਜਮਣਾ ਮਰਨਾ ਉਸ ਰੱਬ ਨੇ ਬਣਾਇਆ ਹੋਇਆ, ਇਹ ਹੁਕਮ ਹੈ ਖਾਲਸਾ ਜੀ। ਆਖੋ ਸਤਨਾਮ। ਅੱਜ ਦਾ ਸ਼ਬਦ ਸਾਰਾ ਹੁਕਮ ਦੇ ਅੰਦਰ ਹੈ। ਬਸ ਧਰਮ ਹੁਕਮ ਹੈ। ਹੁਕਮ ਕੀ ਚੀਜ਼ ਹੈ? ਗੁਰੂ ਅਰਜਨ ਦੇਵ ਪਾਤਸ਼ਾਹ ਅੱਜ ਤੋਂ 5 ਦਿਨ ਪਹਿਲਾਂ 1606 ਈਸਵੀ ਨੂੰ ਜਹਾਂਗੀਰ ਨਾਲ ਗੋਸ਼ਟ ਹੋਈ ਉਹਦੇ ਦਰਬਾਰ ਵਿੱਚ। ਉੱਚਾ ਆਸਨ ਲਵਾਇਆ ਸੀ ਵਜ਼ੀਰ ਖਾਨ ਨੇ ਗੁਰੂ ਮਹਾਰਾਜ ਜੀ ਲਈ, ਬਾਦਸ਼ਾਹ ਦੇ ਬਰਾਬਰ। ਉੱਥੇ ਬਾਦਸ਼ਾਹ ਪੁੱਛਣ ਲੱਗਾ, ਦੱਸੋ ਮਹਾਰਾਜ, ਇਹ ਹਿੰਦੂ ਮੁਸਲਮਾਨ ਦੋਵਾਂ ਚੋਂ ਕਿਹੜਾ ਚੰਗਾ ਹੈ? ਦੋਵਾਂ ਚੋਂ ਕਿਹੜਾ ਸਵਰਗਾਂ ਵੱਲ ਜਾਵੇਗਾ? ਕਿਹਦਾ ਭਲਾ ਹੋਵੇਗਾ? ਗੁਰੂ ਅਰਜਨ ਦੇਵ ਪਾਤਸ਼ਾਹ ਉਚਾਰਨ ਕਰਦੇ। ਪਾਤਸ਼ਾਹ ਕਹਿੰਦੇ, ਸੁਣੋ ਬਾਦਸ਼ਾਹ। ਰਾਮ ਕਲੀ ਮਹੱਲਾ ਪੰਜਵਾ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਕੋਈ ਅੱਲਾਹੇ, ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ। ਐ ਬਾਦਸ਼ਾਹ, ਇਹ ਦੁਨੀਆ ਐਸੀ ਹੈ, ਇੱਥੇ ਕੋਈ ਰਾਮ ਰਾਮ ਬੋਲਦਾ ਹੈ, ਕੋਈ ਖੁਦਾ ਖੁਦਾ ਆਖਦਾ ਹੈ, ਕੋਈ ਆਖਦਾ ਗੁਸਾਈ ਗੁਸਾਈ, ਕੋਈ ਆਖਦਾ ਅੱਲਾਹ ਅੱਲਾਹ। ਕੋਈ ਕੱਪੜੇ ਨੀਲੇ ਪਾਉਂਦੇ, ਕੋਈ ਚਿੱਟੇ ਪਾਉਂਦੇ। ਕਈ ਆਖਦੇ ਸਾਨੂੰ ਸੁਰਗ ਦੀ ਪ੍ਰਾਪਤੀ ਹੋਵੇ, ਕਈ ਕਹਿੰਦੇ ਅਸੀਂ ਭਿਸਤ ਵਿੱਚ ਜਾਈਏ। ਪਰ ਅਸਲ ਬੰਦਾ ਕੋੜਾ ਹੈ। ਹੁਣ ਮਹਾਰਾਜ ਅਖੀਰਲੇ ਬਚਨਾਂ ਤੇ ਆ ਗਏ। ਪਾਤਸ਼ਾਹ ਕਹਿੰਦੇ, ਅਸਲ ਮਨੁੱਖ ਉਹ ਹੈ ਜਿਸ ਨੇ ਪ੍ਰਮਾਤਮਾ ਦਾ ਭੇਤ ਜਾਣ ਲਿਆ। ਉਹ ਭੇਤ ਕੀ ਹੈ? ਉਹਦਾ ਹੁਕਮ। ਜਿਹਨੇ ਰੱਬ ਦਾ ਹੁਕਮ ਜਾਣ ਲਿਆ ਉਹ ਰੱਬ ਦਾ ਪਿਆਰਾ ਹੈ। ਬਸ ਉੱਥੇ 3 ਗੱਲਾਂ ਦਰਸਾਈਆਂ ਮਹਾਰਾਜ ਨੇ। ਪਹਿਲੀ ਗੱਲ, ਹੁਕਮ ਮੰਨਣਾ, ਭਾਣੇ ਵਿੱਚ ਰਹਿਣਾ। ਦੂਜਾ, ਸਿਮਰਨ ਕਰਨਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਤੀਜਾ ਹੈ ਹਉਮੈ ਦਾ ਤਿਆਗ ਕਰਨਾ। ਜਿਹੜਾ ਤਿੰਨਾਂ ਨੂੰ ਕਮਾ ਲਵੇ ਨਾ, ਉਹ ਦੁਨੀਆ ਤੇ ਰੱਬ ਹੈ। ਆਖੋ ਸਤਨਾਮ। ਰੱਬ ਕੋਈ ਵੇਖਣਾ ਹੈ ਨਾ, ਦੁਨੀਆ ਤੇ ਹੈ। ਜਿਸ ਪਿਆਰੇ ਨੇ ਵਾਹਿਗੁਰੂ ਜਪਦਿਆਂ ਜਪਦਿਆਂ ਆਪਣੀ ਹਉਮੈ ਨੂੰ, ਹੰਤਾ ਨੂੰ ਖਤਮ ਕਰ ਦਿੱਤਾ। ਵਾਹਿਗੁਰੂ ਜਪਦਿਆਂ ਉਹਦੇ ਭਾਣੇ ਵਿੱਚ ਲੀਨ ਹੋ ਗਿਆ। ਕੌਣ ਸੀ? ਗੁਰ ਅਰਜੁਨ ਪ੍ਰਤੱਖ ਹਰ, ਧਰਨ ਗਗਨ ਨਵ ਖੰਡ ਮਹਿ, ਜੋਤ ਸਵਰੂਪੀ ਰਹਿਓ ਭਰ, ਪਨ ਮਥੁਰਾ ਕਛ ਭੇਦ ਨਹੀਂ। ਗੁਰ ਅਰਜੁਨ ਪ੍ਰਤੱਖ ਹਰ, ਪ੍ਰਤੱਖ ਪਰਮਾਤਮਾ ਗੁਰੂ ਅਰਜਨ ਦੇਵ ਮਹਾਰਾਜ ਹਨ। ਉਹ ਭਾਣੇ ਵਿੱਚ ਲੀਨ ਤੱਤੀ ਤਵੀ, ਇਹ ਉਹ ਭਾਣਾ ਹੈ ਖਾਲਸਾ, ਨਾਮ ਜਪਦਿਆਂ ਤਵੀ ਤੇ ਬੈਠੇ ਹੋਏ। ਉਹ ਅਵਸਥਾ ਹੈ ਉਹਨਾਂ ਦੀ। ਤੇ ਪਾਤਸ਼ਾਹ ਕਹਿੰਦੇ ਇਹ ਰੱਬ ਜੀ ਤੁਹਾਡੀ ਆਪਣੀ ਮਹਾਰਾਜ ਬਖਸ਼ਿਸ਼ ਹੈ। ਇਹ ਸਾਰਾ ਹੁਕਮ ਵਰਤ ਰਿਹਾ। ਆਵਣ ਤਾਂ ਜਾਣਾ ਤਿਨਹਿ ਕੀਆ, ਰੱਬ ਦੇ ਹੁਕਮ ਅਨੁਸਾਰ ਸਭ ਕੁਝ ਵਰਤ ਰਿਹਾ, ਉਸ ਤੋਂ ਬਾਹਰ ਕੁਝ ਵੀ ਨਹੀਂ। ਹੁਕਮ ਸੀ ਤੱਤੀ ਤਵੀ ਆ ਗਈ, ਹੁਕਮ ਸੀ ਮਖਮਲੀ ਆਸਨ ਅੰਮ੍ਰਿਤਸਰ, ਉੱਥੇ ਮਹਾਰਾਜ ਸੁਭਾਏਮਾਨ ਹੋ ਗਏ। ਇਹ ਹੁਕਮ ਵਰਤ ਰਿਹਾ ਹੈ। ਅਸੀਂ ਜਿਤਨੇ ਜੀ ਦੁਨੀਆ ਚ ਆਏ ਹਾਂ ਨਾ, ਹੁਕਮ ਵਿੱਚ ਆਏ ਹਾਂ। ਆਵਣ ਤਾਂ ਜਾਣਾ ਤਿਨਹਿ ਕੀਆ, ਉਸ ਰੱਬ ਨੇ ਬਣਾਇਆ ਜਿਨ ਮੇਦਨ ਸਿਰਜੀਆ, ਜਿਸ ਵਾਹਿਗੁਰੂ ਨੇ ਇਹ ਸ੍ਰਿਸ਼ਟੀ ਆਪ ਸਿਰਜੀ ਹੈ। ਇਕ ਨਾ ਮੇਲ ਸਤਿਗੁਰ ਮਹਿਲ ਬੁਲਾਏ, ਇੱਕ ਭਰਮ ਭੂਲੇ ਫਿਰਦਿਆ। ਇਸ ਅਖਾੜੇ ਵਿੱਚ ਦੋ ਬੰਦੇ ਆਏ, ਆ ਕੇ ਭਿੜਨ ਲੱਗੇ। ਇੱਕ ਦੀ ਜਿੱਤ ਹੋ ਗਈ, ਉਹਨੂੰ ਗੁਰਮੁਖ ਆਖਣ ਲੱਗੇ। ਦੂਜੇ ਦੀ ਹਾਰ ਹੋ ਗਈ, ਉਹਨੂੰ ਮਨਮੁਖ ਕਹਿਣ ਲੱਗੇ। ਇਹੀ ਦੁਨੀਆ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜਿਉ। ਇਹ ਅਖਾੜਾ ਹੈ। ਤੇ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਫਤਿਹ ਦਿਵਾਉਂਦੇ ਹਨ, ਜਿਨ੍ਹਾਂ ਦੀ ਜਿੱਤ ਹੁੰਦੀ ਹੈ ਨਾ, ਇੱਕ ਨਾ ਸਤਿਗੁਰ ਮਹਿਲ ਬੁਲਾਏ, ਆਓ ਭਾਈ ਤੁਸੀਂ ਮਹਿਲ ਵਿੱਚ ਆ ਕੇ ਸਰੋਪਾ ਲਓ, ਬਖਸ਼ਿਸ਼ ਲਓ। ਇਹੀ ਹੁੰਦਾ। ਕਿਹੜਾ ਅਖਾੜੇ ਵਿੱਚ ਜਿੱਤ ਜਾਵੇ ਤੇ ਉਹਨੂੰ ਫਿਰ ਮੈਡਲ ਮਿਲਦਾ ਹੈ, ਇਨਾਮ ਮਿਲਦਾ ਹੈ, ਸਰੋਪਾ ਮਿਲਦਾ ਹੈ। ਜਿਹੜਾ ਦੁਨੀਆ ਰੂਪੀ ਅਖਾੜੇ 'ਚ ਆ ਕੇ ਰੱਬ ਦਾ ਸਿਮਰਨ ਕਰਦਾ ਕਰਦਾ ਵਾਹਿਗੁਰੂ 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 ਵਾਹਿਗੁਰੂ, ਉਹ ਪਹਾੜੇ ਵਿੱਚ ਲੀਨ ਹੋ ਜਾਵੇ ਤੇ ਉਹਨੂੰ ਪਾਤਸ਼ਾਹ ਕਹਿੰਦੇ ਆ ਜਾਓ ਮਹਿਲ ਵਿੱਚ, ਆ ਜਾਓ ਬਸ। ਇੱਕ ਨਾ ਸਤਿਗੁਰ ਮਹਿਲ ਬੁਲਾਏ, ਇੱਕ ਨਾ ਕਈਆਂ ਨੂੰ, ਉਹਨਾਂ ਪਿਆਰਿਆਂ ਨੂੰ। ਦੂਜੇ ਫਿਰ ਇੱਕ ਭਰਮ ਭੁੱਲੇ ਫਿਰਦੇ ਆ, ਉਹ ਭਰਮ ਵਿੱਚ ਹੀ ਭੁੱਲੇ ਫਿਰਦੇ ਹਨ, ਆਉਂਦੇ ਹਨ ਜਾਉਂਦੇ ਹਨ, ਜੰਮਦੇ ਮਰਦੇ, ਉਹ ਮਨਮੁਖ ਹੋਣ। ਗੁਰਮੁਖ ਰੱਬ ਦੇ ਮਹਿਲ ਵਿੱਚ ਆ ਗਏ ਤੇ ਮਨਮੁਖ ਜੰਮਦੇ ਮਰਦੇ ਹਨ। ਅੰਤ ਤੇਰਾ ਤੂੰ ਹੈ ਜਾਣ ਹੈ, ਤੂੰ ਸਭ ਮਹਿ ਰਹਿਆ ਸਮਾਏ। ਕੋਈ ਕਵੇ ਜੀ ਰੱਬ ਜੀ ਮੈਂ ਤੁਹਾਡਾ ਅੰਤ ਪਾ ਲਵਾਂ, ਅੰਤ ਕਹਿੰਦੇ ਤੁਹਾਡਾ ਹੁਕਮ ਮੈਨੂੰ ਸਮਝ ਆ ਗਿਆ ਨਾ। ਅੰਤ ਤੇਰਾ ਤੂੰ ਹੈ ਜਾਣ ਹੈ, ਤੇਰਾ ਅੰਤ ਰੱਬ ਜੀ ਤੁਸੀਂ ਆਪ ਜਾਣਦੇ ਹੋ, ਤੁਸੀਂ ਕਿਤਨੇ ਵੱਡੇ ਹੋ ਮਹਾਰਾਜ। ਅੰਤ ਦਾ ਅਰਥ ਹੈ ਅਖੀਰਲਾ ਤੁਰਾ। ਅੰਤ ਕਿਹਨੂੰ ਕਹਿੰਦੇ? ਸ਼ੁਰੂ ਤੋਂ ਲੈ ਕੇ ਅਖੀਰ ਤੱਕ ਅੰਤ ਪੈ ਗਿਆ ਨਾ, ਉਹ ਰੱਬ ਦਾ ਅੰਤ ਪੈਂਦਾ ਹੀ ਨਹੀਂ।
ਰੱਬ ਦੀ ਆਪਣੀ ਅਵਸਥਾ ਪ੍ਰਮਾਤਮਾ ਆਪ ਜਾਣਦਾ ਹੈ। ਅੰਤ ਤੇਰਾ ਤੂੰ ਹੈ ਜਾਣ ਹੈ, ਤੂੰ ਸਭ ਮੈਂ ਰਿਹਾ ਸਮਾਏ। ਐ ਮੇਰੇ ਪ੍ਰਮਾਤਮਾ ਤੁਸੀਂ ਸਾਰੇ ਵਿੱਚ ਸਮਾਏ ਹੋਏ ਹੋ। ਹਰ ਜੀ ਤੁਹਾਡੇ ਹਨ, ਹਰ ਗੁਰਮੁਖ ਮਨਮੁਖ ਵਿੱਚ ਤੁਸੀਂ ਆਪ ਵਰਤ ਰਹੇ ਹੋ। ਸੱਚ ਕਹੈ ਨਾਨਕ ਸੁਣੋ ਸੰਤੋ, ਹਰ ਵਰਤੈ ਧਰਮ ਨਿਆਏ। ਗੁਰੂ ਪਾਤਸ਼ਾਹ ਕਹਿੰਦੇ ਸੱਚ ਆਖਦੇ ਆ, ਇਹ ਬਾਣੀ ਸੱਚ ਹੈ ਖਾਲਸਾ ਜੀ। ਜੇ ਕਹਿ ਲੋ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ ਕਿਸ ਕਰਕੇ ਹੋਈ? ਗੁਰਬਾਣੀ ਕਰਕੇ ਹੋਈ। ਬਸ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੱਚ ਵਿੱਚ ਚਾਹੁੰਦੇ ਸਨ ਝੂਠੇ ਬੰਦੇ ਕੋਈ ਮਿਲਾਵਟ ਹੋ ਜਾਵੇ। ਜਹਾਂਗੀਰ ਵਰਗੇ, ਸ਼ੇਖ ਅਹਿਮਦ ਸ਼ਰੰਦੀ ਵਰਗੇ, ਸ਼ੇਖ ਫਰੀਦ ਬੁਖਾਰੀ ਵਰਗੇ, ਕਾਜੀ ਮੁਲਾਣਿਆਂ ਵਰਗੇ, ਕਿ ਸੱਚ ਵਿੱਚ ਮੁਹੰਮਦ ਸਾਹਿਬ ਦੀ ਬਾਣੀ ਨੂੰ ਦਰਜ ਕਰੋ, ਪਰ ਸੱਚ ਵਿੱਚ ਕੁਛ ਨਹੀਂ ਦਰਜ ਹੋਇਆ। ਤਾਂ ਕਹਿੰਦੇ ਸੱਚ ਕਹਿੰਦੇ ਆ ਪਾਤਸ਼ਾਹ ਕਹਿੰਦੇ ਸੱਚ ਕਹੈ ਨਾਨਕ ਸੁਣੋ ਸੰਤੋ, ਹਰ ਵਰਤੈ ਧਰਮ ਨਿਆਏ। ਰੱਬ ਦਾ ਧਰਮ ਦਾ ਨਿਆਂ ਵਰਤ ਰਿਹਾ ਸਾਰੇ ਪਾਸੇ, ਰੱਬ ਦਾ ਹੁਕਮ ਸਾਰੇ ਪਾਸੇ ਵਰਤ ਰਿਹਾ ਹੈ। ਆਵ ਹੋ ਮਿਲ ਹੋ ਸਹੇਲੀ ਹੋ ਮੇਰੇ ਲਾਲ ਜੀਓ, ਹਰ ਹਰ ਨਾਮ ਅਰਾਧੇ ਰਾਮ। ਪਾਤਸ਼ਾਹ ਕਹਿੰਦੇ ਥੋੜਾ ਨੇੜੇ ਆ ਜਾਓ। ਪਹਿਲਾਂ ਦੱਸਤਾ ਰੱਬ ਜੀ ਕਿ ਹੁਕਮ ਸਾਰੇ ਪਾਸੇ ਵਰਤ ਰਿਹਾ, ਇੱਕ ਗੁਰਮੁਖ ਇੱਕ ਮਨਮੁਖ। ਹੁਣ ਪਾਤਸ਼ਾਹ ਕਹਿੰਦੇ ਨੇੜੇ ਆ ਜਾਓ ਮੇਰੀ ਸਹੇਲੀਓ। ਕੱਲ ਨੂੰ ਸਮਝਣਾ, ਦੇਖੋ ਕਿਵੇਂ ਪਾਤਸ਼ਾਹ ਸਮਝਾਉਂਦੇ ਨੇ। ਇਹਨੂੰ ਸਮਝ ਆ ਗਈ ਸ਼ਬਦ ਦੀ, ਉਹਦਾ ਬੇੜਾ ਪਾਰ ਹੈ। ਪਹਿਲਾਂ ਸਮਝਾਤਾ ਵੀ ਇਹ ਗੁਰਮੁਖ ਹੈ ਮਨਮੁਖ, ਇਹ ਰੱਬ ਦਾ ਅਖਾੜਾ ਚੱਲਦਾ ਸੀ। ਹੁਣ ਰੱਬ ਜੀ ਕਹਿੰਦੇ ਮੇਰੇ ਨੇੜੇ ਆ ਜਾਓ। ਆਵੋ ਮਿਲੋ ਸਹੇਲਿਓ, ਐ ਸਹੇਲੜੀਓ, ਐ ਪਿਆਰੇ ਗੁਰਮੁਖੋ ਆਓ ਮੇਰੇ ਕੋਲ ਬੈਠੋ ਆ ਕੇ। ਮੇਰੇ ਲਾਲ ਜੀਓ, ਮੇਰੇ ਰੱਬ ਦੇ ਪਿਆਰਿਓ। ਲਾਲ ਕਹਿੰਦੇ ਪਿਆਰੇ, ਉਹ ਮੇਰੇ ਪਿਆਰਿਓ ਕਰੀਏ ਕੀ? ਹਰ ਹਰ ਨਾਮ ਅਰਾਧੇ ਰਾਮ, ਹਰ ਹਰ ਨਾਮ ਅਰਾਧੇ ਰਾਮ, ਹਰ ਹਰ ਨਾਮ ਅਰਾਧੇ ਰਾਮ, ਹਰ ਹਰ ਨਾਮ ਅਰਾਧੇ ਰਾਮ। ਸਾਰੇ ਬੋਲਿਆ ਕਰੋ, ਸਾਰੇ ਬੋਲਿਆ ਕਰੋ। ਕਿਉਂ ਜੀ? ਕਿਉਂ ਬੋਲੀਏ ਜੀ? ਡਿਊਟੀ ਤੁਹਾਡੀ ਹੈ, ਡਿਊਟੀ ਨਹੀਂ। ਇਹ ਭਜਨ ਹੈ, ਇਹ ਸਿਮਰਨ ਹੈ। ਡਿਊਟੀ ਸਮਝ ਕੇ ਕੋਈ ਕੰਮ ਨਾ ਕਰੋ। ਆਪਣਾ ਫਰਜ਼ ਸਮਝੋ, ਆਪਣਾ ਸਿਮਰਨ ਸਮਝੋ, ਆਪਣੇ ਜੀਵਨ ਦਾ ਭਲਾ ਸੋਚੋ। ਬਸ ਜੇ ਆਨੰਦ ਲੈਣਾ ਹੈ, ਰੂਹਾਨੀ ਪ੍ਰੇਮ ਲੈਣਾ ਹੈ, ਤੇ ਬੋਲਣਾ ਹੀ ਪਵੇਗਾ। ਬਸ ਇਸ ਤੋਂ ਵੱਡੀ ਗੱਲ ਨਹੀਂ ਹੋ ਸਕਦੀ। ਜਿਹੜਾ ਗਾਵੇਗਾ ਜਪੇਗਾ ਲਾਹਾ ਉਹੀ ਲਵੇਗਾ। ਹਰ ਹਰ ਨਾਮ ਅਰਾਧੇ ਰਾਮ, ਹਰ ਹਰ ਨਾਮ ਅਰਾਧੇ ਰਾਮ। ਹਰ ਹਰ ਨਾਮ ਅਰਾਧੇ ਰਾਮ, ਹਰ ਹਰ ਨਾਮ ਅਰਾਧੇ ਰਾਮ। ਹਰ ਨਾਮ ਅਰਾਧੇ ਰਾਮ, ਹਰ ਹਰ ਨਾਮ ਅਰਾਧੇ। ਇਹਦਾ ਜਪਣ ਦਾ ਫਾਇਦਾ ਕੀ ਹੈ ਜੀ? ਇਹ ਵੀ ਦੱਸ ਦਿਓ ਮਹਾਰਾਜ ਜੀ। ਪਾਤਸ਼ਾਹ ਕਹਿੰਦੇ ਸੁਣੋ, ਸਾਡੇ ਦਿਮਾਗ ਵਿੱਚ, ਸਾਡੇ ਅੰਤਸ਼ਕਰਨ ਵਿੱਚ ਗੰਦਗੀ ਭਰੀ ਹੋਈ ਹੈ। ਗੰਦਗੀ ਦੀ ਹਵਾ ਹੈ, ਦਿਮਾਗ ਹਵਾ ਹੀ ਭਰੀ ਹੈ ਗੰਦਗੀ ਦੀ। ਵਾਸ਼ਨਾਵਾਂ, ਵਾਸ਼ਨਾਵਾਂ ਹਵਾ ਹੁੰਦੀ ਹੈ। ਵਾਹਿਗੁਰੂ ਵੀ ਤਾਂ ਹਵਾ ਹੈ, ਪਵਨ ਗੁਰੂ। ਵਾਸ਼ਨਾਵਾਂ ਵੀ ਹਵਾ ਤੇ ਪਵਨ ਗੁਰੂ ਵੀ ਹਵਾ। ਜਦੋਂ ਵਾਹਿਗੁਰੂ ਅੰਦਰ ਹਵਾ ਭਰੋਗੇ ਨਾ, ਗੰਦਗੀ ਆਪੇ ਬਾਹਰ ਆ ਜਾਏਗੀ ਖਾਲਸਾ ਜੀ। ਬਸ ਇਹੀ ਸੌਖਾ ਜਿਹਾ ਕੰਮ ਹੈ। ਵਾਹਿਗੁਰੂ ਵਾਹਿਗੁਰੂ। ਆਪਣੇ ਆਪ ਗੰਦਗੀ ਬਾਹਰ ਜਾਈ ਜਾਗੇ ਅੰਦਰੋਂ ਅੰਦਰ।
ਸਾਫ਼ ਹੁੰਦਾ ਜਾਏਗਾ ਅੰਤਸ਼ਕਰਨ। ਇਹ ਸੌਖਾ ਤਰੀਕਾ ਹੈ। ਪਾਤਸ਼ਾਹ ਕਹਿੰਦੇ ਇਸ ਕਰਕੇ ਜਪਿਆ ਕਰੋ ਹਰ ਹਰ ਨਾਮ, ਰੱਬ ਦਾ ਨਾਮ ਭਾਈ। ਹਰੀ ਜੋ ਸਭ ਨੂੰ ਹਰਿਆ ਭਰਿਆ ਕਰਨ ਵਾਲਾ ਹੈ, ਹਰੀ ਜੋ ਸਾਰੀ ਥਾਵਾਂ ਤੇ ਵਿਆਪਕ ਹੈ, ਹਰੀ ਜੋ ਅੰਤਸ਼ਕਰਨ ਵਿੱਚ ਆਪ ਸਮਾਇਆ ਹੋਇਆ ਹੈ, ਐਸੇ ਵਾਹਿਗੁਰੂ ਦਾ ਨਾਮ ਅਰਾਧੀਏ। ਕਰ ਸੇਵਹੁ ਪੂਰਾ ਸਤਿਗੁਰੂ ਮੇਰੇ ਲਾਲ ਜੀਓ, ਜਮ ਕਾ ਮਾਰਗ ਸਾਧੇ ਰਾਮ। ਗੁਰੂ ਜੀ ਆਖਦੇ ਭਾਈ ਆਓ ਬੈਠ ਕੇ ਸਿਮਰਨ ਵੀ ਕਰੀਏ, ਨਾਲ ਕੀ ਕਰੀਏ? ਕਰ ਹੱਥਾਂ ਨਾਲ, ਕਰ ਸੇਵਹੁ ਪੂਰਾ ਸਤਿਗੁਰੂ, ਹੱਥਾਂ ਨਾਲ ਪੂਰੇ ਸਤਿਗੁਰੂ ਦੀ ਸੇਵਾ ਵੀ ਕਰੀਏ। ਹੱਥ ਵੀ ਸ਼ੁੱਧ ਹੋ ਜਾਣਗੇ। ਕੋਈ ਬਜ਼ੁਰਗ ਆਖੇ ਜੀ ਮੇਰੇ ਤੋਂ ਸੇਵਾ ਹੋਣੀ ਨਹੀਂ, ਮੈਂ ਕੀ ਕਰਾਂ? ਫਿਰ ਉਹ ਹੱਥ ਦਾ ਅਰਥ ਹੈ ਮਨ ਜੋੜ ਕੇ ਵਾਹਿਗੁਰੂ ਜਪ ਲਵੇ ਭਾਈ। ਬਸ ਹੱਥ ਜੋੜਦੇ ਨਾ, ਮਨ ਜੋੜ ਕੇ ਜਪ ਲਵੇ ਵਾਹਿਗੁਰੂ, ਬਜ਼ੁਰਗ ਦੀ ਸੇਵਾ ਵੀ ਪ੍ਰਵਾਨ ਹੋ ਜਾਏਗੀ। ਖਾਲਸਾ ਜੀ। ਕਰ ਸੇਵਹੁ ਪੂਰਾ ਸਤਿਗੁਰੂ ਮੇਰੇ ਲਾਲ ਜੀਓ, ਜਮ ਕਾ ਮਾਰਗ ਸਾਧੇ ਰਾਮ। ਸਾਧੇ ਦਾ ਅਰਥ ਹੈ ਸਾਧਨਾ, ਸ਼ੁੱਧ ਕਰਨਾ। ਉਹ ਜਮ ਦਾ ਮਾਰਗ ਉਹ ਖਾਲਸਾ ਸ਼ੁੱਧ ਕਰ ਲਵੇਗਾ, ਜਮ ਦੇ ਮਾਰਗ ਵੱਲ ਨਹੀਂ ਜਾਵੇਗਾ। ਉਹ ਜਮ ਵੀ ਉਹਦੀ ਸੇਵਾ ਕਰਦਾ ਕਰਦਾ ਕਹੇਗਾ ਆਓ ਜੀ ਸੋ ਸੱਚਖੰਡ ਜਾਓ ਮਹਾਂਪੁਰਖੋ। ਉਹ ਜਮ ਦਾ ਮਾਰਗ ਵੀ ਆਪਣੇ ਅਧੀਨ ਕਰ ਲਵੇਗਾ। ਮਾਰਗ ਬਿਖੜਾ ਸਾਧ ਗੁਰਮੁਖ, ਹਰ ਦਰਗਹ ਸੋਭਾ ਪਾਈਐ। ਮੇਰੇ ਮਨਾ ਰੱਬ ਦਾ ਰਸਤਾ ਬੜਾ ਔਖਾ ਹੈ। ਕਿਤਨਾ ਔਖਾ ਜੀ? ਗੂਜਰੀ ਦੀ ਵਾਰ ਮਹੱਲਾ ਤੀਜਾ 809 ਅੰਗ ਤੇ ਕਬੀਰ ਸਾਹਿਬ ਦਾ ਸ਼ਲੋਕ ਹੈ। ਮੁਕਤ ਦੁਆਰਾ ਮੋਕਲਾ, ਮੁਕਤ ਦੁਆਰਾ ਮੋਕਲਾ। ਪਹਿਲਾ ਪਾਤਸ਼ਾਹ ਕਹਿੰਦੇ ਕਬੀਰ ਮੁਕਤ ਦੁਆਰਾ ਸੰਕੁੜਾ। ਕਬੀਰ ਸਾਹਿਬ ਕਬੀਰ ਮੁਕਤ ਦੁਆਰਾ ਸੰਕੁੜਾ, ਰਾਈ ਦਸਵੇਂ ਭਾਏ। ਰਾਈ ਦੇ 10ਵੇਂ ਹਿੱਸੇ ਦੇ ਬਰਾਬਰ ਮੁਕਤੀ ਦਾ ਵਾਰ ਹੈ ਭਾਈ। ਲੋ ਲੈ ਲੋ ਪੰਗਾ, ਕਿੱਥੇ ਮਰੋਗੇ? ਅਸੀਂ ਤਾਂ ਜਾ ਹੀ ਨਹੀਂ ਸਕਦੇ। ਹਉਮੈ ਮਨ ਅਸੂਲ ਹੈ, ਹਉਮੈ ਕਰਕੇ ਮਨ ਅਸੂਲ ਕਹਿੰਦੇ ਮੋਟਾ ਹਾਥੀ ਬਣਿਆ ਹੋਇਆ। ਉਹ ਹਾਥੀ ਕਿਵੇਂ ਲੰਘ ਜਾਏਗਾ? ਰਾਈ ਦੇ 10ਵੇਂ ਹਿੱਸੇ ਤੋਂ ਵਿੱਚੋਂ ਲੰਘ ਕੇ ਜਾਏਗਾ, ਨਹੀਂ ਜਾ ਸਕਦਾ। ਫਿਰ ਇਹ ਕਿਵੇਂ ਜਾਵੇਗਾ? ਗੁਰੂ ਦੀ ਕਿਰਪਾ ਸਦਕਾ। ਬਸ ਗੁਰੂ ਪਾਤਸ਼ਾਹ ਕਿਰਪਾ ਕਰਨਗੇ, ਹਉਮੈ ਖਤਮ। ਤੇ ਪਾਤਸ਼ਾਹ ਕਹਿੰਦੇ ਮੁਕਤ ਦੁਆਰਾ ਮੋਕਲਾ, ਸਹਿਜੇ ਆਵੋ ਜਾਓ, ਆਈ ਜਾਓ ਜਾਈ ਜਾਓ ਭਾਈ। ਉਹ ਜੰਮਦੇ ਮਰਦੇ ਨਹੀਂ। ਫਿਰ ਉਹਦਾ ਅਰਥ ਹੈ ਉਹ ਜੰਮਦੇ ਮਰਦੇ ਨਹੀਂ। ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਉਹਨਾਂ ਦੀ ਇਹ ਅਵਸਥਾ ਹੈ। ਤਾਂ ਪਾਤਸ਼ਾਹ ਕਹਿੰਦੇ ਰੱਬ ਦਾ ਮਾਰਗ ਬੜਾ ਵਿਖੜਾ ਹੈ, ਔਖਾ ਹੈ। ਤੇ ਭਾਈ ਉਹਨੂੰ ਕਿਵੇਂ ਸਾਧਨਾ ਹੈ? ਪਿਆਰਿਓ ਗੁਰਮੁਖਾਂ ਦੀ ਸੰਗਤ ਕਰੋ, ਗੁਰੂ ਮਹਾਰਾਜ ਦੀ ਸੰਗਤ ਕਰੋ। ਸੰਗਤ ਕਰਨੀ ਸੁਰਤੀ ਕਰਕੇ ਨਾਮ ਜਪੋ, ਵਾਹਿਗੁਰੂ 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 ਵਾਹਿਗੁਰੂ। ਮਾਰਗ ਵਿਖੜਾ, ਮਾਰਗ ਔਖਾ ਹੈ। ਸੁਖ ਅਰਥ ਸਾਧ ਕਾਬੂ ਕਰ ਲੈ, ਸੁਧਾਰ ਲੈ। ਗੁਰਮੁਖ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਜਾ ਭਾਈ। ਗੁਰਮੁਖਾਂ ਦੀ ਸੰਗਤ ਕਰ ਲੈ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਉਹ ਸੰਗਤ ਕਰ ਲੈ ਉਹਨਾਂ ਦੀ। ਸਾਧ ਗੁਰਮੁਖ ਤੇ ਬੰਦਿਆ ਹਰ ਦਰਗਹ ਸੋਭਾ ਪਾਈਐ। ਇੱਥੇ ਵੀ ਸੋਭਾ ਹੋਵੇਗੀ, ਅਗਾਂਹ ਵੀ ਸੋਭਾ ਹੋਵੇਗੀ ਤੇਰੀ। ਜਿੱਥੇ ਜਾਵੇਗਾ ਉੱਥੇ ਸੋਭਾ ਮਿਲੇਗੀ। ਜਿਨ ਕੋ ਬਧਾਤੈ ਤੁਰਹੁ ਲਿਖਿਆ, ਤਿਨਾ ਰਹਿਣ ਦਿਨ ਲਿਵ ਲਾਈਐ। ਜਿਨ੍ਹਾਂ ਦੇ ਮੱਥੇ ਤੇ
ਰੱਬ ਨੇ ਧੁਰ ਤੋਂ ਲਿਖਿਆ ਵੀ ਇਹ ਜੁੜਨਗੇ। ਜੋ ਧੁਰ ਰਾਤੇ ਸੇ ਹੁਣ ਰਾਤੇ। ਇਹ ਤੇ ਸਾਰੇ ਬੈਠੇ ਆ ਨਾ, ਸਾਡੇ ਚੋਂ ਕਿਹੜਾ ਜੁੜਿਆ? ਅਸੀਂ ਕੋਈ ਨਹੀਂ ਜੁੜੇ। ਰੱਬ ਨੇ ਜਿਹਨੂੰ ਜੋੜਿਆ ਉਹ ਜੁੜਿਆ ਬਸ। ਹਉਮੈ ਖਤਮ ਨਾ ਪਏ। ਇਹ ਨਿਯਮ ਹੈ ਬਸ। ਇਹਨੂੰ ਕਹਿੰਦੇ ਹੁਕਮ। ਇਹ ਹੁਕਮ ਨੂੰ ਸਮਝ ਲਓ, ਸੌਖੀ ਜੀ ਗੱਲ। ਮਤ ਸੋਚੋ ਕਿ ਮੈਂ ਜੁੜਿਆ। ਰੱਬ ਜਿਤਨਾ ਜੋੜਿਆ ਤੁਹਾਡੀ ਬਖਸ਼ਿਸ਼ ਹੈ ਮਹਾਰਾਜ, ਤੇਰਾ ਸ਼ੁਕਰ ਹੈ ਪਰਮਾਤਮਾ। ਸ਼ੁਕਰ ਕਰੋ, ਸਿਮਰਨ ਆਪੇ ਆ ਜਾਏਗਾ। ਤੇ ਪਾਤਸ਼ਾਹ ਕਹਿੰਦੇ ਮਨਾ ਜਿਨ ਕੋ ਵਿਧਾਤਾ ਧੁਰੋ ਲਿਖਿਆ। ਧੁਰ ਤੋਂ ਹੀ ਵਿਧਾਤੇ ਰੱਬ ਨੇ ਲਿਖਿਆ ਧੁਰ ਤੇ ਮੱਥੇ ਤੇ। ਉਹ ਰੱਬ ਦੇ ਪਿਆਰੇ ਤਿਨਾ ਰਹਿਣ ਦਿਨ ਲਿਵ ਲਾਈਐ। ਉਹ ਦਿਨ ਰਾਤ ਵਾਹਿਗੁਰੂ ਸ਼ਬਦ ਵਿੱਚ ਸੁਰਤੀ ਜੋੜ ਕੇ ਟਿਕੇ ਰਹਿੰਦੇ ਹਨ। ਭਾਵੇਂ ਤੱਤੀ ਤਵੀ ਹੋਵੇ ਉੱਥੇ ਵਾਹਿਗੁਰੂ, ਗਰਮ ਗਰਮ ਰੇਤਾ ਸੀਸ ਤੇ ਪਵਾਰੇ ਉੱਥੇ ਵਾਹਿਗੁਰੂ, ਹਰਮੰਦਰ ਸਾਹਿਬ ਮਖਮਲੀ ਆਸਣ ਉੱਥੇ ਵੀ ਨਾਮ ਸਿਮਰ ਵਿੱਚ ਉਹ ਜੁੜੇ ਹੋਏ ਹਨ। ਹਉਮੈ ਮਮਤਾ ਮੋਹ ਛੁਟਾ ਜਾ ਸੰਗ ਮਿਲਿਆ ਸਾਧੈ। ਜੇ ਕਿਸੇ ਸਾਧੂ ਸੰਗ ਦਾ ਪ੍ਰਾਪਤੀ ਹੋ ਗਈ, ਕਿਸੇ ਗੁਰਮੁਖ ਦੇ ਨਾਲ ਬਹਿਣ ਦਾ ਮੌਕਾ ਮਿਲ ਗਿਆ, ਮਹਾਂਪੁਰਖ ਦੇ ਨਾਲ, ਉਹਦੇ ਅੰਦਰੋਂ ਕੀ ਛੁਟਕਾਰਾ ਹੋਵੇਗਾ? ਹਉਮੈ ਮਮਤਾ ਮੋਹ, ਇਹ ਤਿੰਨ ਚੀਜ਼ਾਂ ਖਤਮ। ਤਿੰਨੋਂ ਇੱਕੋ ਲੜੀ ਵਿੱਚ ਹਨ। ਹਉਮੈ ਮਮਤਾ ਮੋਹ ਇੱਕੋ ਲੜੀ ਵਿੱਚ ਹਨ। ਮੋਹ ਹਉਮੈ, ਹਉਮੈ ਕਹਿੰਦੇ ਮੈਂ ਹਉਮੈ ਜਿਹੜੀ ਜੁੜ ਗਈ ਚੀਜ਼ ਮੈਂ ਨਾਲ, ਉਹ ਬਣ ਗਈ ਮੇਰੀ। ਮਮਤਾ ਮਮਤਵ ਆ ਗਿਆ। ਤੇ ਮੋਹ ਖਾਸ ਜਿਹੜਾ ਅੰਦਰ ਉਹਦਾ ਅਕਸ਼ ਜਾ ਰਿਹਾ ਹੈ। ਇਹ ਤਿੰਨੋਂ ਛੁੱਟ ਜਾਣਗੇ ਭਾਈ। ਹਉਮੈ ਮਮਤਾ ਮੋਹ ਛੁੱਟਾ ਜਾ ਸੰਗ ਮਿਲਿਆ ਸਾਧੇ। ਜੇ ਕਿਸੇ ਸਾਧੂ ਸੰਗ ਦੀ ਪ੍ਰਾਪਤੀ ਹੋ ਗਈ ਤੇ ਇਹ ਬਖਸ਼ਿਸ਼ ਹੋ ਜਾਣੀ ਹੈ। ਜਨ ਕਹੈ ਨਾਨਕ ਮੁਕਤ ਹੋਆ ਹਰ ਹਰ ਨਾਮ ਅਰਾਧੈ। ਗੁਰੂ ਅਰਜਨ ਦੇਵ ਪਾਤਸ਼ਾਹ ਦੂਜਾ ਪਦਾ ਇੱਥੇ ਮਹਾਰਾਜ ਸਮਾਪਤ ਕਰਦੇ। ਜਾ ਕਹੈ ਨਾਨਕ ਪਾਤਸ਼ਾਹ ਕਹਿੰਦੇ ਸੁਣੋ ਭਾਈ, ਉਹ ਬੰਦਾ ਮੁਕਤ ਹੈ ਕਿਹੜਾ? ਜਿਹੜਾ ਜਪਦਾ ਹੈ ਹਰ ਹਰ ਨਾਮ ਅਰਾਧੇ। 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 ਵਾਹਿਗੁਰੂ ਵਾਹਿਗੁਰੂ ਜਿਹੜਾ ਇਹਦੀ ਆਰਾਧਨਾ ਕਰਦਾ ਨਾ ਉਹ ਜੀਵਨ ਮੁਕਤ ਹੈ। ਕਰ ਜੋੜੇ ਹੋ ਸੰਤ ਇਕੱਤਰ ਹੋਏ ਮੇਰੇ ਲਾਲ ਜੀਓ। ਅਬਨਾਸੀ ਪੁਰਖ ਪੂਜੇ ਰਾਮ। ਜਿੱਥੇ ਗੁਰਮੁਖ ਬੈਠੇ ਹੋਣ, ਸੰਤ ਬੈਠੇ ਹੋਣ, ਉੱਥੇ ਬਹੁਤਾ ਬੋਲਣਾ ਨਹੀਂ। ਆਖੋ ਸਤਨਾਮ। ਸ੍ਰੀ ਵਾਹਿ। ਬਹੁਤਾ ਬੋਲਣਾ ਆਪਣੀ ਹਉਮੈ ਹੈ, ਆਪਣੀ ਸਿਆਣਪ ਹੈ, ਉਹ ਤੇ ਹੱਥ ਜੋੜ ਲਓ ਬਸ। ਇਹ ਗੁਰਮਤ ਹੈ, ਇਹ ਕੋਈ ਮਨਮਤ ਨਹੀਂ। ਸਿਆਣੇ ਕਹਿੰਦੇ ਜਦੋਂ ਸਿਆਣੇ ਬੈਠੇ ਤਾਂ ਬੋਲੀ ਦਾ ਨਹੀਂ ਹੁੰਦਾ, ਉੱਥੇ ਸੁਣੀ ਦੋ ਉਹਨਾਂ ਦੀ ਗੱਲਾਂ। ਜਿੱਥੇ ਸੰਤ ਇਕੱਤਰ ਹੋਏ, ਸਾਧ ਸੰਗਤ ਬੈਠੀ ਹੈ ਨੇ ਇਕੱਤਰ ਹੋ ਕੇ, ਇੱਥੇ ਵੀ ਕੋਈ ਗੱਲ ਵੀ ਨਹੀਂ ਕਰੀਦੀ, ਬਸ ਸੁਣੋ ਰੱਬ ਦੀ ਬਾਣੀ ਨੂੰ। ਜਿੱਥੇ ਗੁਰਮੁਖ ਬੈਠੇ ਹੋਣ, ਕਰ ਜੋੜੇ ਹੋ ਹੱਥ ਜੋੜ ਕੇ ਉਹਨਾਂ ਦੀ ਪੂਜਾ ਕਰੋ, ਉਹਨਾਂ ਦੀ ਸੇਵਾ ਕਰੋ। ਪੂਜਾ ਸੇਵਾ ਕੀ ਹੈ? ਉਹਨਾਂ ਦੇ ਬਚਨ ਸੁਣੋ, ਉਹਨਾਂ ਦਾ ਗਿਆਨ ਸੁਣੋ, ਦਰਸ਼ਨ ਕਰੋ ਐਸੇ ਮਹਾਂਪੁਰਖਾਂ ਦਾ। ਸਾਧ ਕੈ ਸੰਗ ਨਹੀਂ ਕਛਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਆਪੇ ਭਲਾ ਹੋ ਜਾਏਗਾ ਭਾਈ। ਉਹ ਦਰਸ਼ਨ ਕਰ ਲਓ ਉਹਨਾਂ ਮਹਾਂਪੁਰਖਾਂ ਦੇ, ਗੁਰਮੁਖ ਪਿਆਰਿਆਂ ਦੇ, ਆਪੇ ਹੀ ਭਲਾ ਹੋ ਜਾਵੇਗਾ। ਬਹੁ ਵਿਦ ਪੂਜਾ ਖੋਜਿਆ ਮੇਰੇ ਲਾਲ ਜੀਓ।
ਇਹੋ ਮਨ ਤਨ ਸਭ ਅਰਪਿਆ ਰਾਮ। ਬਹੁ ਵਿਧੀ ਨਾਲ ਪੂਜਾ ਕੀਤੀ ਉਹਨਾਂ ਦੀ, ਦੇਖੀ ਵੀ ਪੂਜਾ ਕਿਵੇਂ ਕਰੀਏ ਉਹਨਾਂ ਦੀ। ਫਿਰ ਮਨ ਵਿੱਚ ਆਇਆ ਪੂਜਾ ਕਰੀਏ ਉਹਨਾਂ ਕਿਵੇਂ ਕਰੀਏ, ਆਪਣਾ ਮਨ ਤਨ ਸਭ ਸੌਂਪ ਦੀ ਉਹਨਾਂ ਮਹਾਂਪੁਰਖਾਂ ਨੂੰ। ਤਨ ਮਨ ਧਨ ਸਭ ਸੌਂਪ ਗੁਰ ਕੋ, ਇਹ ਤਨ ਮਨ ਧਨ ਸਭ ਸੌਂਪ ਦੀ ਉਹਨਾਂ ਮਹਾਂਪੁਰਖਾਂ ਨੂੰ, ਗੁਰੂ ਪਾਤਸ਼ਾਹ ਨੂੰ, ਰੱਬ ਦੇ ਪਿਆਰਿਆਂ ਨੂੰ। ਮਨ ਤਨ ਧਨ ਸਭ ਪ੍ਰਭੂ ਕੇਰਾ, ਕਿਆ ਕੋ ਪੂਜ ਚੜਾਵੇ। ਫਿਰ ਕੋਈ ਬੰਦਾ ਸਿਆਣਾ ਬੈਠਾ ਸੀ, ਉਹ ਕਹਿੰਦਾ ਪਾਪੀਆ ਇਹ ਮਨ ਤੇਰਾ, ਤਨ ਤੇਰਾ, ਧਨ ਤੇਰਾ, ਇਹ ਤਾਂ ਰੱਬ ਦਾ ਹੀ ਹੈ ਨਾ। ਫਿਰ ਮਨ ਤਨ ਧਨ ਸਭ ਪ੍ਰਭੂ ਕੇਰਾ, ਉਹ ਤੇਰਾ ਕੀ ਹੈ ਬੰਦਿਆ। ਬੰਦਾ ਕਹਿੰਦੇ ਮੇਰੀ ਹਉਮੈ ਹੈ, ਤੇ ਪਾਤਸ਼ਾਹ ਕਹਿੰਦੇ ਹਉਮੈ ਮੈਨੂੰ ਦੇ ਦੇ ਬਸ। ਆਖੋ ਸਤਨਾਮ। ਰੱਬ ਨੂੰ ਹਉਮੈ ਦੇਤੀ ਤੇ ਬੰਦਾ ਹੁਕਮ ਵਿੱਚ ਆ ਗਿਆ। ਬਸ ਸਾਰਾ ਸ਼ਬਦ ਚੱਲਦਾ ਹੁਕਮ ਦੇ ਆਲੇ ਦੁਆਲੇ ਭਾਈ। ਸਿਮਰਨ ਕਰੋਗੇ ਹਉਮੈ ਖਤਮ, ਹੁਕਮ ਵਿੱਚ ਆਪੇ ਆ ਜਾਓਗੇ। ਬਸ ਇਹ ਮਾਨ ਤਨ ਧਨ ਸਭ ਪ੍ਰਭੂ ਕੇਰਾ, ਸਭ ਰੱਬ ਦਾ ਹੈ। ਕਿਆ ਕੋ ਪੂਜ ਚੜਾਵੇ, ਤੇ ਭਾਈ ਕਿਸ ਮਨ ਨੂੰ ਰੱਬ ਦੇ ਅੱਗੇ ਰੱਖੋਗੇ। ਪੂਜਾ ਚੜਾਣੀ ਹੈ ਨਾ, ਭੇਟਾ ਰੱਖਣੀ ਹੈ, तो की भेटा अगे रखोगे। जिस होए कृपाल दयाल स्वामी, सो प्रभ अंक समावे। जिस ते मेरा वाहिगुरु दयालु जो दया दा कर है, कृपालु जो कृपा दा आल्य है। जिस होए कृपाल दयाल स्वामी, सो प्रभ, ओ प्रभु दे अंक कहंदे हिरदे विच, प्रभु दी जोत विच, ओ जोत विच समा जांदा है। भाग मस्तक होए जिसका, तिस गुर नाल स्नेहा। ओ समांदा कौन है भाई, जिहदे मत्थे ते भाग लिखे होण। ओ गुरु नाल फिर प्यार करदा है, स्नेह करदा है, प्रेम की अवस्था में जाके वो समा जाता है। जन कहे नानक मिल साध संगत, हर हर नाम पूजे हा। गुरु अर्जन देव पातशाह तीजा पदा इत्थे समाप्त कर दे। जन कहे नानक, ए गुरु पातशाह कहंदे मेरे मना सुन, अपने मन नूं कहना है। मिल साध संगत विच मिल के करना की है, हर हर नाम पूजे हा, हर हर नाम पूजे हा, हर हर नाम पूजे हा, हर हर नाम पूजे हा। पूजा करो नाम दी, पूजा कीचै नाम ध्याईऐ। बिन नावै पूज न होए, बिना नाम तो पूजा नहीं। हर हर नाम पूजिहा, वाहिगुरु वाहिगुरु ए जपिए भाई। कहद खोजत हम फिरे मेरे लाल जियो, हर पायड़ा घर आए राम। 10 दिशा विच असी लभदे लभदे थक गए। गुरु ने आख्या ओ बंदिया, रब तेरे हिरदे च बैठा हुए, बाहर क्यों भजदा फिरदा है। दह दिस खोजत हम फिरे मेरे लाल जियो, मेरे प्यारे जी। हर पायड़ा घर आए राम, जदों घर विच आ गए ते हरि अंदर ही पा लिया। हर मंदर हर जियो साजिया, मेरे लाल जियो, हर तिस मह रहया समाए राम। हर मंदिर की है, हर मंदिर यह शरीर है, इस शरीर विच रब जी बैठे हैं। हरि दा मंदिर हरि दा घर, हर मंदिर हर जियो साजिया, मेरे लाल जियो। ऐ मेरे प्यारे, ये शरीर रब ने बनाया। शरीर विच हर तिसमय रहा समाए राम, रब शरीर भी समाया होया है। अरबे समाना आप स्वामी, गुरमुख प्रगट होया। ये गल तो औखी है जी।
ਸਰੀਰ ਵੀ ਤਾਂ ਹੱਡੀਆਂ ਹਨ, ਮਾਸ ਹਨ, ਹੋਰ ਕੀ ਹੈ? ਅੰਦਰ ਗੰਦਗੀ ਭਰੀ ਹੋਈ ਹੈ। ਪਾਤਸ਼ਾਹ ਕਹਿੰਦੇ ਰੱਬ ਅੰਦਰ ਹੈ। ਫਿਰ ਕਿਵੇਂ ਪ੍ਰਗਟ ਹੋਵੇਗਾ ਜੀ? ਗੁਰਮੁਖ ਪ੍ਰਗਟ ਹੋਆ। ਗੁਰੂ ਦੇ ਮੁਖ ਨਾਲ ਜੁੜੋਗੇ। ਗੁਰੂ ਕੀ ਸ਼ਬਦ, ਸ਼ਬਦ ਨੂੰ ਆਪਣੇ ਹਿਰਦੇ 'ਚ ਵਸਾਓਗੇ। ਗੁਰੂ ਸਿੱਖਾਂ ਦਾ ਸੰਗ ਕਰੋਗੇ ਭਾਈ, ਤੇ ਅੰਦਰੋਂ ਫਿਰ ਵਾਹਿਗੁਰੂ ਦਾ ਸ਼ਬਦ ਆਪੇ ਪ੍ਰਗਟ ਹੋ ਜਾਵੇਗਾ। ਗੁਰੂ ਦੇ ਮੁਖ ਨਾਲ ਜੁੜੋਗੇ, ਵਾਹਿਗੁਰੂ ਜਪੋਗੇ, ਤੇ ਅੰਦਰਲਾ ਪ੍ਰਮਾਤਮਾ ਆਪੇ ਨਜ਼ਰ ਆ ਜਾਵੇਗਾ। ਮਿਟਿਆ ਅੰਧੇਰਾ ਦੁੱਖ ਨਾਠਾ, ਹਮਿਓ ਹਰ ਰਸ ਚੋਇਆ। ਜਦੋਂ ਅੰਦਰੋਂ ਹੀ ਖਾਲਸਾ 'ਚ ਪ੍ਰਮਾਤਮਾ ਹੁਣ ਪ੍ਰਗਟ ਹੋਣ ਲੱਗਾ, ਮਿਟਿਆ ਅੰਧੇਰਾ, ਅੰਧੇਰਾ ਮਿਟ ਗਿਆ। ਗੁਰੂ ਪਹਿਲਾਂ ਹਨੇਰਾ ਦੂਰ ਕਰਦਾ, ਫਿਰ ਦੁੱਖ ਖਤਮ ਕਰਤੇ ਗੁਰੂ ਨੇ, ਦੁੱਖ ਵੀ ਨਿਬੇੜਤੇ। ਅਮਿਓ ਹਰ ਰਸ ਚੋਇਆ। 10ਵੇਂ ਦਵਾਰ ਵਿੱਚੋਂ ਅੰਮ੍ਰਿਤ ਦੀ ਵਰਖਾ ਹੋਣ ਲੱਗੀ, ਅੱਖਾਂ 'ਚੋਂ ਵਰਖਾ ਹੋਣ ਲੱਗੀ, ਜ਼ੁਬਾਨ ਤੋਂ ਮਿਠਾਸ ਵਾਲੇ ਬਚਨ ਆਉਣ ਲੱਗੇ। ਗੁਰਮੁਖਾਂ ਦੇ ਬਚਨ ਮਿਠਾਸ ਵਾਲੇ ਅੰਮ੍ਰਿਤ ਵਰਗੇ ਡਿੱਗਦੇ ਹਨ ਜ਼ੁਬਾਨ ਵਿੱਚੋਂ। ਉਹਨਾਂ ਦੀ ਵੇਖਣੀ, ਅੱਖਾਂ ਦੀ ਵੇਖਣੀ ਅੰਮ੍ਰਿਤ ਵਰਗੀ ਹੈ ਭਾਈ। ਉਹਨਾਂ ਦੇ ਹਿਰਦੇ ਵਿੱਚ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਦੇਖਾ ਤਹ ਸੁਆਮੀ, ਪਾਰ ਬ੍ਰਹਮ ਸਭ ਠਾਏ। ਉਹ ਰੱਬ ਦੇ ਪਿਆਰੇ ਕਹਿੰਦੇ ਜਿੱਥੇ ਅਸੀਂ ਵੇਖਦੇ ਆ ਫਿਰ ਰੱਬ ਹੀ ਨਜ਼ਰ ਆਉਂਦਾ ਹੈ। ਜਹਾਂ ਦੇਖਾ, ਜਿੱਥੇ ਵੇਖਿਆ, ਤਾਹਾ ਸੁਆਮੀ, ਉੱਥੇ ਰੱਬ ਨਜ਼ਰ ਆ ਗਿਆ। ਪਾਰ ਬ੍ਰਹਮ ਪਰਮਾਤਮਾ ਸਭ ਠਾਏ, ਸਭ ਥਾਵਾਂ ਤੇ ਹੈ ਭਾਈ। ਇਹ ਨੇਤਰੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ। ਕੋਈ ਅੱਗੇ ਦੱਸੇ ਪਾਤਸ਼ਾਹ ਅਖੀਰ ਤੇ ਜਾ ਕੇ ਵੀ ਇਹ ਨੇਤਰ ਕਿਹੜੇ ਅੰਧ ਵਰਗੇ ਸਤਿਗੁਰ ਮਿਲਿਆ, ਦਿਵ ਦ੍ਰਿਸ਼ਟ ਹੋਈ, ਤੇ ਗੁਰੂ ਨਾਲ ਮਿਲ ਕੇ ਦ੍ਰਿਵਿੱਤੀ ਡਾਕ ਪਈ, ਤੇ ਅੰਦਰ ਹੀ ਇਹਨਾਂ ਨੇਤਰਾਂ ਦੁਆਰਾ ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ, ਆ ਗਿਆ ਨਜ਼ਰ। ਬਸ ਹੈ ਜ਼ਹਿਰ, ਦੁਨੀਆ ਜ਼ਹਿਰ ਹੈ, ਪਰ ਜ਼ਹਿਰ ਵਿੱਚ ਅੰਮ੍ਰਿਤ ਵੀ ਭਰਿਆ ਹੋਇਆ ਭਾਈ। ਬਾਹਰ ਦੁਨਿਆਵੀ ਅਵਸਥਾ ਵਿੱਚ ਜੇ ਕਹਿ ਲੋ ਵਿਸ਼ੇ ਵਿਕਾਰ ਹਨ, ਤੇ ਅੰਦਰ ਸਭ ਦੇ ਅੰਮ੍ਰਿਤ ਭਰਿਆ ਹੋਇਆ ਹੈ। ਬਸ ਉਹ ਕਿਵੇਂ ਨਜ਼ਰ ਆਵੇਗਾ? ਗੁਰਸਿੱਖਾਂ ਦੀ ਸੰਗਤ ਕਰੋ, ਸਾਧ ਸੰਗਤ ਕਰੋ, ਗੁਰਬਾਣੀ ਨਾਲ ਜੁੜੀਏ, ਨਾਮ ਨਾਲ ਜੁੜੀਏ। ਜਨ ਕਹੈ ਨਾਨਕ ਸਤਿਗੁਰ ਮਿਲਾਇਆ, ਹਰ ਪਾਇੜਾ ਘਰ ਆਏ। ਗੁਰੂ ਅਰਜਨ ਦੇਵ ਮਹਾਰਾਜ ਅਖੀਰਲੀ ਪੰਕਤੀ ਫਰਮਾਨ ਕਰਦੇ, ਜਨ ਕਹੈ ਨਾਨਕ। ਗੁਰੂ ਪਾਤਸ਼ਾਹ ਕਹਿੰਦੇ ਸੁਣੋ ਭਾਈ, ਰੱਬ ਕਿਵੇਂ ਮਿਲੇਗਾ? ਗੁਰੂ ਮਿਲਾਇਆ, ਗੁਰੂ ਨੇ ਮਿਲਾਇਆ। ਗੁਰੂ ਨਾਲ ਜੁੜੋਗੇ, ਵਾਹਿਗੁਰੂ ਜਪੋਗੇ, ਗੁਰੂ ਕਹੇਗਾ ਜੀ ਰੱਬ ਤੁਹਾਡੇ ਅੰਦਰ ਹੈ। ਹਰ ਪਾਇੜਾ, ਹਰੀ ਪਾ ਲਿਆ। ਕਿੱਥੇ? ਘਰ ਆਏ। ਘਰ ਵਿੱਚ ਆਓਗੇ, ਰੱਬ ਨੂੰ ਪਾ ਲੋਗੇ। ਹਿਰਦੈ ਨਾਮ ਵਸਾਇਓ ਹੋ, ਘਰ ਬੈਠੇ ਗੁਰੂ ਤੇ ਆਇਓ। ਥਿਰ ਘਰ ਬੈਸੋ ਹੋ, ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਗੁਰੂ ਪਾਤਸ਼ਾਹ ਸਾਡੇ ਸਭ ਦੇ ਕਾਰਜ ਸਵਾਰਨ, ਸਭ ਨੂੰ ਚੜ੍ਹਦੀ ਕਲਾ ਪ੍ਰਦਾਨ ਕਰਨ ਦੀ ਬੇਨਤੀ ਹੈ। ਗੁਰਦੁਆਰਾ ਖੇਲ ਸਾਹਿਬ 12 ਤਰੀਕ ਦਿਨ ਐਤਵਾਰ, ਜੋ ਅੱਜ ਇੱਕ ਕੱਲ ਐਤਵਾਰ ਹੈ, ਇਸ ਤੋਂ ਅਗਲਾ ਐਤਵਾਰ 12 ਤਰੀਕ ਦਿਨ ਐਤਵਾਰ ਸ਼ਾਮ 5 ਤੋਂ 6:30 ਵਜੇ ਤੱਕ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਜੋ ਪਿਛਲੇ 5.5 ਸਾਲਾਂ ਤੋਂ ਚੱਲ ਰਹੀ ਹੈ, ਤੇ ਉਹਦੀ ਸਮਾਪਤੀ ਹੋਣੀ ਹੈ। ਤੇ ਆਪ ਸਮੂਹ ਸੰਗਤਾਂ ਨੇ ਦਰਸ਼ਨ ਦੇਣੇ। ਖਾਲਸਾ ਜੀ ਤੁਹਾਡਾ ਘਰ ਹੈ, ਰੱਬ ਦਾ ਘਰ ਹੈ ਭਾਈ। ਤੇ ਮਹਾਂਪੁਰਖ ਦੱਸਦੇ ਵੀ ਜਿਹੜਾ ਸਾਰੀ ਕਥਾ ਨਾ ਸੁਣ ਸਕੇ ਨਾ, ਅਖੀਰ ਤੇ ਭੋਗ ਦੀ ਕਥਾ ਸਰਵਣ ਕਰ ਲੋ ਭਾਈ, ਉਹਨੂੰ ਸਾਰਾ ਮਹਾਤਮ ਮਿਲ ਜਾਂਦਾ ਹੈ। ਤੇ ਆਪ ਸੰਗਤਾਂ ਨੇ ਖਾਲਸਾ ਦਰਸ਼ਨ ਦੇਣੇ 12 ਤਰੀਕ ਅਗਲੇ ਐਤਵਾਰ ਸ਼ਾਮ 5 ਤੋਂ 6:30 ਸਮਾਗਮ ਹੈ। ਟਾਈਮ ਤਾਂ 5:15 ਤੋਂ 6:15 ਹੈ, ਪਰ ਖਾਲਸਾ ਜੀ ਕਿਉਂ ਅਰਦਾਸ ਬੇਨਤੀ ਹੈ, ਅਗਲੀ ਕਥਾ ਆਰੰਭ ਹੋਣੀ ਹੈ ਪੰਥ ਪ੍ਰਕਾਸ਼ ਦੀ, ਇਸ ਕਰਕੇ 6:30 ਪੌਣੇ 7 ਹੋ ਸਕਦੇ ਹਨ। ਆਪ ਸੰਗਤਾਂ ਨੇ ਦਰਸ਼ਨ ਦੇਣੇ ਜੀ, ਤੇ ਸਭਨਾਂ ਨੂੰ ਪਾਤਸ਼ਾਹ ਚੜ੍ਹਦੀ ਕਲਾ ਪ੍ਰਦਾਨ ਕਰਨ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।